ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA ਸੁਣ ਦੇਖ ਰਹੇ ਸਾਰੇ ਹੀ ਸਰੋਤਿਆਂ ਦਰਸ਼ਕਾਂ ਨੂੰ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮੈਂ ਰਾਜਕਰਮੀਤ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਸਤੰਬਰ ਦੀ 23 ਤਰੀਕ ਆ ਤੇ ਦਿਨ ਸੋਮਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500। ਟਿਰਕੀਆਨਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਨਾ 415-909-0503 ਦੇ ਉੱਤੇ। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਲ, ਕਲੋਵਿਸ, ਸਤਨਾਮ ਸਿੰਘ ਸਨੀਪੁਰੇ ਵਾਲਾ, ਅਮਰਜੀਤ ਸਿੰਘ ਦਸਾਂਝ ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਸਰਬਜੀਤ ਸਿੰਘ ਟੂਰ ਨਿਊ ਜਰਸੀ, ਹਰਨੇਕ ਸਿੰਘ ਪਾਬਲਾ ਰੈਂਟਨ ਵਾਸ਼ਿੰਗਟਨ, H&M ਆਇਲ ontario, ਹਰਜੀਤ ਸਿੰਘ ਲੈਥਰੋਪ, ਗੁਰਮੇਲ ਸਿੰਘ ਬਲਬੀਰ ਬਾਸੀ ਐਲਗਰੋਵ, ਸ਼ਮਸ਼ੇਰ ਸਿੰਘ ਢਿੱਲੋਂ ਨਿਊਯਾਰਕ, ਗਰੇਵਾਲ ਟਰੈਵਲ ਸਰਵਿਸਿਜ਼ ਯੂਬਾ ਸਿਟੀ। ਟੈਕਸ, ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈਣ ਦੇ ਲਈ ਕਾਲ ਕਰ ਸਕਦੇ ਹੋ 530-751-7605। ਊੜਾ ਡੈਟ ਰਿਲੀਫ ਵਾਲੇ ਨਰਮਲ ਸਿੰਘ ਮਾਨ, ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ ਤਾਂ ਕਾਲ ਕਰ ਸਕਦੇ ਹੋ 888-888-9914। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਸਭ ਤੋਂ ਪਹਿਲਾਂ ਜਿਹੜਾ ਇਜ਼ਰਾਈਲ ਨੇ ਜੋ ਗਾਜ਼ਾ ਦੇ ਵਿੱਚ ਤਬਾਹੀ ਮਚਾਈ ਆ, ਉਹ ਤੋਂ ਬਾਅਦ ਹੁਣ ਉਹਨਾਂ ਨੇ ਲੈਬਨਾਨ ਦੇ ਵਿੱਚ ਸੇਮ ਕਰਨਾ ਸ਼ੁਰੂ ਕਰ ਦਿੱਤਾ ਹੈ। ਬਹੁਤ ਵਾਰ ਰਾਜਕਰਮਵੀਰ ਸਿੰਘ ਜੀ ਆਪਣੇ ਜਿਹੜੇ ਆ ਢਾਡੀ ਜਾਂ ਹੋਰ ਸਿੱਖ ਜਿਹੜੇ ਲੋਕ ਆ, ਉਹ ਹਮੇਸ਼ਾ ਹੀ ਐਗਜ਼ਾਮਪਲ ਦਿੰਦੇ ਰਹਿੰਦੇ ਆ ਵੀ ਦੇਖੋ ਜੀ ਜਿਊਜ਼ ਵੱਲ ਦੇਖੋ, ਇਜ਼ਰਾਈਲ ਨੇ ਕਿੰਨੀ ਤਰੱਕੀ ਕਰ ਲਈ, ਜਿਊਜ਼ ਕਿੱਥੇ ਕਿੱਥੇ ਪਹੁੰਚੇ ਹੋਏ ਹੈਗੇ ਆ। ਬਿਲਕੁਲ ਇਹ 'ਚ ਕੋਈ ਸ਼ੱਕ ਨਹੀਂ, ਜਿਊਜ਼ ਦਾ ਹੋਲੋਕਾਸਟ ਹੋਇਆ ਸੀ, ਬਹੁਤ ਜ਼ਿਆਦਾ ਉਹਨਾਂ ਨਾਲ ਧੱਕਾ ਹੋਇਆ ਸੀ। ਪਰ ਜਿਸ ਹਿਸਾਬ ਦੇ ਨਾਲ ਇਜ਼ਰਾਈਲ ਹੁਣ ਕਰ ਰਿਹਾ ਆ, ਉਸ ਦੇ ਉਲਟ ਬੋਲਣਾ ਹਰ ਇੱਕ ਦਾ ਫਰਜ਼ ਬਣਦਾ ਹੈਗਾ। ਮੈਂ ਬਹੁਤ ਵਾਰ ਦੇਖੇ ਵੀ ਪੰਜਾਬੀ ਖਾਸ ਕਰਕੇ ਆਮ ਗੱਲਾਂ ਦੇ ਵਿੱਚ ਬੜਾ ਰੌਲਾ ਪਾਉਂਦੇ ਰਹਿੰਦੇ ਆ। ਜਿੱਥੇ ਧੱਕਾ ਹੁੰਦਾ ਆਮ ਲੋਕਾਂ ਦੇ ਨਾਲ, ਉੱਥੇ ਚੁੱਪ ਕਰ ਜਾਂਦੇ ਹੈਗੇ ਆ, ਚਾਹੇ ਆਪਾਂ ਅਮਰੀਕਾ ਦੇ ਵਿੱਚ ਵੀ ਬੈਠੇ ਹੋਵੇ। ਸਭ ਤੋਂ ਪਹਿਲਾਂ ਜੇ ਪੰਜਾਬੀਆਂ ਵੱਲੋਂ ਗੱਲ ਕਰਦੇ ਜਾਈਏ ਤੇ ਅਸੀਂ ਇਹ ਗੱਲ ਜ਼ਰੂਰ ਸਾਰਿਆਂ ਨਾਲ ਸਾਂਝੀ ਕੀਤੀ ਸੀ ਵੀ ਜੋ ਗਾਜ਼ਾ ਦੇ ਵਿੱਚ ਹੋ ਰਿਹਾ, ਗਾਜ਼ਾ ਦੇ ਵਿੱਚ ਜੋ ਉੱਥੇ ਦੇ ਲੋਕਾਂ ਨੇ, ਉੱਥੇ ਦੇ ਮਿਲੀਟੈਂਟਸ ਨੇ 1200 ਇਜ਼ਰਾਈਲੀਆਂ ਨੂੰ ਮਾਰਿਆ ਸੀ ਜਾ ਕੇ, ਜਾਂ ਉਹਨਾਂ ਨੂੰ ਕਿਡਨੈਪ ਕੀਤਾ ਸੀ, ਉਹ ਗਲਤ ਸੀ। ਪਰ ਉਸ ਤੋਂ ਬਾਅਦ 50,000 ਦੇ ਕਰੀਬ ਪਾਲਸਤੀਨੀਅਨ ਲੋਕਾਂ ਨੂੰ ਮਾਰਿਆ ਜਾ ਚੁੱਕਾ ਹੈ। 1 ਮਿਲੀਅਨ ਤੋਂ ਲੋਕ ਵੱਧ ਜਿਹੜੇ ਡਿਸਪਲੇਸ ਕੀਤੇ ਜਾ ਚੁੱਕੇ ਆ। ਪੂਰੇ ਦਾ ਪੂਰਾ ਸ਼ਹਿਰ ਜਿਹੜਾ ਆ ਉਹਦਾ ਖੰਡਰ ਬਣਾ ਦਿੱਤੇ ਗਏ ਆ ਤੇ ਇਜ਼ਰਾਈਲ ਬਹੁਤ ਧੱਕਾ ਕਰ ਰਿਹਾ ਹੈਗਾ। ਕੁਝ ਕੁ ਮੁਲਕ ਜਿਹੜੇ ਬੋਲ ਰਹੇ ਆ, ਪਰ ਕੁਝ ਨਹੀਂ ਬੋਲ ਰਹੇ। ਹੁਣ ਪਿਛਲੇ ਕੁਝ ਦਿਨਾਂ ਤੋਂ ਇਜ਼ਰਾਈਲ ਵਾਲਿਆਂ ਨੇ ਲੈਬਨਾਨ ਦੇ ਵਿੱਚ ਜਿਹੜਾ ਇਹ ਕੰਮ ਸ਼ੁਰੂ ਕੀਤਾ ਹੋਇਆ ਤੇ ਅੱਜ ਸਭ ਤੋਂ ਵੱਡਾ ਅਟੈਕ ਲੈਬਨਾਨ ਦੇ ਵਿੱਚ ਇਜ਼ਰਾਈਲ ਨੇ ਕੀਤਾ ਤੇ 270 ਲੋਕਾਂ ਨੂੰ ਮਾਰ ਦਿੱਤਾ। ਹੁੰਦਾ ਕੀ ਆ ਵੀ ਜਦੋਂ ਇਦਾਂ ਦੀ ਜੰਗ ਲੱਗਦੀ ਆ, ਉਹਦੇ ਵਿੱਚ ਆਮ ਲੋਕ ਜਿਹੜੇ ਮਾਰੇ ਜਾਂਦੇ, ਜਿਨ੍ਹਾਂ ਦਾ ਕੋਈ ਪੋਲੀਟੀਕਲ ਪਰਪਸ ਵੀ ਨਹੀਂ ਹੁੰਦਾ, ਜਿਨ੍ਹਾਂ ਦਾ ਕੋਈ ਲੈਣਾ ਦੇਣਾ ਵੀ ਨਹੀਂ ਹੁੰਦਾ। ਪਿਛਲੇ ਦਿਨਾਂ ਦੇ ਵਿੱਚ ਜਿਹੜੇ ਪੇਜਰਸ ਆ, ਉਹਨਾਂ 'ਚ ਦੇਖੋ ਕਿਸ ਹਿਸਾਬ ਦੇ ਨਾਲ ਉਹਨਾਂ ਨੇ ਜਿਹੜਾ ਡੈਟੋਨੇਟ ਹੋਣ ਵਾਲਾ ਮਟੀਰੀਅਲ ਰੱਖਿਆ ਸੀ ਤੇ ਉਹ ਜਿਹੜੇ ਪੇਜਰਸ ਆ ਉਹ ਬਲੋ ਆਊਟ ਕਰਤੇ। ਸਭ ਤੋਂ ਅਨਫੋਰਚੂਨੇਟ ਪਾਰਟ ਇਹ ਆ, ਜੇ ਬਹੁਤ ਸਾਰੇ ਜੇ ਸਾਡੇ ਸਰੋਤੇ ਉਹਨਾਂ 'ਚ ਡਾਕਟਰ ਵੀ ਸੁਣਦੇ ਹੋਣਗੇ, ਅਮਰੀਕਾ ਦੇ ਵਿੱਚ ਵੀ ਮੈਂ ਅੱਜ ਕੱਲ੍ਹ ਵੀ ਦੇਖਦਾ, ਹਾਲਾਂਕਿ ਪੇਜਰ ਜਿਹੜੇ ਆ ਇੱਥੋਂ ਆਲਮੋਸਟ ਖਤਮ ਹੋ ਚੁੱਕੇ। ਬਹੁਤ ਸਾਰੇ ਡਾਕਟਰਸ ਉਹ ਪੇਜਰਸ ਨੂੰ ਯੂਜ਼ ਕਰਦੇ ਆ, ਫੋਨ ਨਹੀਂ ਯੂਜ਼ ਕਰਦੇ, ਕਿਉਂਕਿ ਉਹਦੀ ਆਵਾਜ਼ ਨਹੀਂ ਆਉਂਦੀ ਤੇ ਤੁਹਾਨੂੰ ਪਤਾ ਲੱਗ ਜਾਂਦਾ ਜਿੱਥੇ ਕਿਤੇ ਐਮਰਜੈਂਸੀ ਹੋਵੇ, ਡਿਸਟਰੈਕਸ਼ਨ ਘੱਟ ਹੁੰਦੀ ਆ ਜੀ। ਸੋ ਲੈਬਨਾਨ ਦੇ ਵਿੱਚ ਬਹੁਤ ਸਾਰੇ ਆਮ ਲੋਕ ਜਿਹੜੇ ਆ ਪੇਜਰਸ ਉਹਨਾਂ ਨੂੰ ਯੂਜ਼ ਕਰਦੇ ਸੀਗੇ ਤੇ ਉਹ ਪੇਜਰਸ ਬਲੋ ਆਊਟ ਕਰਤੇ। ਉਹਦੇ ਨਾਲ ਕਿੰਨੇ ਲੋਕਾਂ ਦੀਆਂ ਮੌਤਾਂ ਹੋ ਗਈਆਂ, ਬਹੁਤ ਜ਼ਿਆਦਾ ਫੱਟੜ ਹੋ ਗਏ। ਹੁਣ ਤੁਸੀਂ ਸੋਚੋ, ਰੱਬ ਨਾ ਕਰੇ ਕੋਈ ਆਮ ਬੰਦਾ ਪੇਜਰ ਲੈ ਕੇ ਉਹ ਜਾ ਰਿਹਾ ਪਲੇਨ ਦੇ ਵਿੱਚ ਤੇ ਉੱਥੇ ਜੇ ਬਲੋ ਆਊਟ ਹੋ ਜਾਏ ਤਾਂ ਪਲੇਨ ਸਾਰੇ ਜਿਹੜੇ ਆਮ ਲੋਕ ਆ ਉਹ ਮਾਰੇ ਜਾਣੇ ਆ। ਸੋ ਉਹਦੇ ਸੰਬੰਧ ਦੇ ਵਿੱਚ ਈਵਨ ਦੋ ਕਿਸੇ ਬੰਦੇ ਨੇ ਹਿੰਮਤ ਤਾਂ ਜ਼ਰੂਰ ਰੱਖੀ ਆ। ਸਾਬਕਾ CIA ਦੇ ਡਾਇਰੈਕਟਰ ਲਿਓਨ ਪਨੇਟਾ ਜਿਹੜੇ ਆ, ਉਹਨਾਂ ਨੇ ਅੱਜ ਸਟੇਟਮੈਂਟ ਜਾਰੀ ਕੀਤੀ ਆ ਦਾ ਹਿਲ ਮੁਤਾਬਕ ਵੀ ਜਿਹੜੇ ਪੇਜਰ ਬਲਾਸਟ ਲੈਬਨਾਨ 'ਚ ਕੀਤੇ ਗਏ ਆ ਉਹ ਟੈਰਰਿਜ਼ਮ ਹੈਗਾ।
ਸੋ ਜੀ ਘੱਟੋ ਘੱਟ ਇੱਕ ਜੀ ਬੰਦਾ ਤਾਂ ਬੋਲਿਆ ਵੀ ਇਹ ਸ਼ਰੇਆਮ ਧੱਕਾ ਆ ਵੀ ਤੁਸੀਂ ਆਮ ਲੋਕ ਹੀ ਮਰੀ ਜਾਂਦੇ ਆ, ਕੋਈ ਸਬਜ਼ੀ ਖਰੀਦਣ ਗਿਆ, ਕੋਈ ਉਹ ਜਿਨ ਕਿਸੇ ਨੇ ਪੇਜਰ ਲਿਆ ਉਹਦਾ ਮਤਲਬ ਇਹ ਥੋੜਾ ਵੀ ਉਹ ਪੇਜਰ ਜਿਹੜਾ ਉਹ ਖਾੜਕੂ ਬੰਦਾ ਆ ਜਾਂ ਕੋਈ ਹੋਰ ਆ। ਰਿਪਰੈਜ਼ੈਂਟੇਟਿਵ ਅਲੈਗਜ਼ੈਂਡਰੀਆ ਓਕੈਜ਼ੀਓ ਕੋਰਟੇਜ਼ ਨੇ ਵੀ ਇਹ ਜਿਹੜਾ ਇਸ ਚੀਜ਼ ਨੂੰ ਕੰਡੈਮ ਕੀਤਾ ਹੈਗਾ ਵੀ ਇਜ਼ਰਾਈਲ ਵਾਲਿਆਂ ਨੇ ਇਹ ਧੱਕਾ ਕੀਤਾ ਆ, ਇਹ ਅਨਇਕੁਇਕਲੀ violates international humanitarian laws and undermine US efforts to prevent a wider conflict. ਸੈਕਟਰੀ ਆਫ ਸਟੇਟ ਟੋਨੀ ਬਲਿੰਕਨ ਉਹਨਾਂ ਨੇ ਪਿਛਲੇ ਹਫ਼ਤੇ ਇਹ ਕਿਹਾ ਸੀ ਕਿ ਯੂਐਸ ਕਿਸੇ ਤਰ੍ਹਾਂ ਪੇਜਰ ਐਕਸਪਲੋਜ਼ਨ ਦੇ ਵਿੱਚ ਇਨਵੋਲਵ ਨਹੀਂ ਹੈਗਾ ਤੇ ਨਾ ਹੀ ਯੂਐਸ ਨੂੰ ਇਹਦੇ ਬਾਰੇ ਦੱਸਿਆ ਗਿਆ ਹੈਗਾ ਆ। ਜਦੋਂ ਇਜ਼ਰਾਈਲ ਦੇ ਡਿਫੈਂਸ ਮਿਨਿਸਟਰ ਗੈਲੈਂਟ ਹੈਗੇ ਆ, ਉਹਨਾਂ ਨੇ ਕਿਹਾ ਵੀ ਅਸੀਂ ਇੱਕ ਨਵੀਂ ਲੜਾਈ ਦੇ ਵਿੱਚ ਹੁਣ ਹੈਜ਼ਬੁੱਲਾ ਦੇ ਨਾਲ ਐਂਟਰ ਹੋ ਚੁੱਕੇ ਹੈਗੇ ਆ। ਸੋ ਸ਼ਰੇਆਮ ਜਿਹੜਾ ਆ ਧੱਕਾ ਹੋ ਰਿਹਾ ਤੇ ਦੁਨੀਆ ਦੀਆਂ ਜਿਹੜੀਆਂ ਤਾਕਤਾਂ ਆ ਉਹ ਚੁੱਪ ਹੈਗੀਆਂ ਵੀ ਪਤਾ ਨਹੀਂ ਸਾਡੇ ਤੇ ਕੀ ਹੋ ਜਾਣਾ ਆ। ਇਹ ਬਹੁਤ ਮਾੜੀ ਗੱਲ ਹੈਗੀ ਆ। ਕਿਸੇ ਵੀ ਮੁਲਕ 'ਚ ਕਿਸੇ ਵੀ ਧਰਮ, ਕਿਸੇ ਵੀ ਜਾਤ ਦੇ ਬੰਦੇ ਦੇ ਨਾਲ ਜਿਹੜਾ ਧੱਕਾ ਹੁੰਦਾ ਆ ਉਹ ਹਰ ਇੱਕ ਨੂੰ ਉਹਦੇ ਉਲਟ ਬੋਲਣਾ ਚਾਹੀਦਾ ਆ, ਖਾਸ ਕਰਕੇ ਸਿੱਖਾਂ ਨੂੰ ਤਾਂ, ਕਿਉਂਕਿ ਸਾਡਾ ਜਿਹੜਾ ਇਹੀ ਕਨਸੈਪਟ ਆ ਵੀ ਕਿਸੇ ਨਾਲ ਧੱਕਾ ਹੁੰਦਾ ਆ, ਕੋਈ ਵੀ ਹੋਵੇ ਅਸੀਂ ਉਹਦੇ ਨਾਲ ਖੜਾਂਗੇ। ਸੋ 270 ਲੋਕਾਂ ਨੂੰ ਜਿਹੜਾ ਮਾਰ ਦਿੱਤਾ ਗਿਆ। ਹਾਲਾਂਕਿ ਲੈਬਨਾਨ ਵਾਲਿਆਂ ਨੇ ਵੀ ਰਾਕਟ ਲਾਂਚਰ ਉੱਤੇ ਛੱਡੇ ਆ, ਪਰ ਇਜ਼ਰਾਈਲ 'ਚ ਕੋਈ ਨੁਕਸਾਨ ਨਹੀਂ ਹੋਇਆ ਕਿਉਂਕਿ ਉਹਨਾਂ ਨੇ ਆਇਰਨ ਡੋਮ ਤਕੜਾ ਰੱਖਿਆ। ਜੀ ਜੀ ਪ੍ਰਜੋਤ ਸਿੰਘ ਜੀ, ਇਹ ਵੀ ਦੱਸਦੇ ਜਾਈਏ, ਰੀਸੈਂਟ ਆਪਾਂ ਪਿਛਲੇ ਵੀਕ ਦੇ ਵਿੱਚ ਵੀ ਇਹ ਚਰਚਾ ਕੀਤੀ ਸੀ, ਆਪਾਂ ਇੱਕ ਵਾਰੀ ਫੇਰ ਦੱਸਦੇ ਜਾਈਏ, ਇਹਦੀ ਮੈਨੂਫੈਕਚਰਿੰਗ ਦੇ ਵਿੱਚ ਇਜ਼ਰਾਈਲ ਇਨਵੋਲਵ ਸੀਗਾ ਇਹਨਾਂ ਪੇਜਰਸ ਦੇ ਵਿੱਚ। CIA ਦੇ ਕੋਲ ਇਹ ਟੈਕਨੋਲੋਜੀ ਸੀ, ਪਰ CIA ਨੇ ਇਹ ਕਹਿ ਕੇ ਇਸ ਟੈਕਨੋਲੋਜੀ ਦੀ ਵਰਤੋਂ ਨਹੀਂ ਕੀਤੀ ਵੀ ਇਹਦੇ ਨਾਲ ਆਮ ਲੋਕਾਂ ਦੇ ਮਰਨ ਦੀ ਸੰਭਾਵਨਾ ਜ਼ਿਆਦਾ ਹੈਗੀ ਆ। ਸੋ ਹੁਣ ਤੁਸੀਂ ਹਿਸਾਬ ਲਾ ਲਓ ਵੀ ਜੇ ਉਹਨਾਂ ਨੇ ਰਿਮੋਟਲੀ ਇਸ ਨੂੰ ਐਕਸੈਸ ਕਰਕੇ ਉਹ ਉਡਾ ਸਕਦੇ ਸੀ, ਬੰਦੇ ਉਹਨਾਂ ਨੂੰ ਮਾਰ ਸਕਦੇ ਸੀ, ਕੀ ਇਹਦਾ ਮਤਲਬ ਉਹਨਾਂ ਦੇ ਕੋਲ ਇਹ ਟੈਕਨੋਲੋਜੀ ਨਹੀਂ ਹੋਊਗੀ ਵੀ ਪੇਜਰਸ ਦੇ ਵਿੱਚ ਕੀ ਇਨਫੋਰਮੇਸ਼ਨ ਆ ਜਾ ਰਹੀ ਆ ਵੀ ਉਹ ਵੀ ਉਹਨਾਂ ਨੂੰ ਨਾ ਜਿਹੜੀ ਉਹ ਪਤਾ ਹੋਵੇ। ਉਹ ਦੂਰੋਂ ਬੈਠੇ ਉਹਨਾਂ ਨੇ ਦੇਖੋ ਕਿੰਨੇ ਸਾਲ ਤੱਕ ਪਹਿਲਾਂ ਉਹਨਾਂ ਨੇ ਉਹ ਪੇਜਰ ਬਣਾਏ ਜਿਹਦੇ ਵਿੱਚ ਉਹਨਾਂ ਨੇ ਛੋਟਾ ਜਿਹਾ ਬਰੂਦ ਦਾ ਮਟੀਰੀਅਲ ਭਰਿਆ ਤੇ ਇਵੈਂਚੁਅਲੀ ਉਹਨਾਂ ਨੇ ਮੌਕਾ ਘਾਤ ਲਾ ਕੇ ਜਿਹੜਾ ਆ ਉਸ ਨੂੰ ਉਹਨਾਂ ਨੇ ਵਰਤੋਂ ਕਰਕੇ ਉਸ ਦੇ ਵਿਸਫੋਟ ਜਿਹੜੇ ਉਹ ਕਰਵਾਏ ਆ। ਸੋ ਇਹ ਬਹੁਤ ਵੱਡੀ ਜਿਹੜੀ ਚੀਜ਼ ਆ। ਹਰ ਇੱਕ ਆਮ ਇਨਸਾਨ ਦੇ ਮਨ ਦੇ ਵਿੱਚ ਇਸ ਖਬਰ ਤੋਂ ਬਾਅਦ ਦੇ ਵਿੱਚ ਇੱਕ ਡਰ, ਇੱਕ ਭੈ ਜਿਹੜਾ ਉਹ ਬੈਠਾ ਆ ਵੀ ਆ ਜਿਹੜੇ ਫੋਨ ਅਸੀਂ ਫੜੀ ਫਿਰਦੇ ਆ ਕਿ ਇਹਨਾਂ ਵਿੱਚ ਵੀ ਇਹੀ ਕੁਛ ਤੇ ਨਹੀਂ, ਕਿ ਇਹਦੇ ਵਿੱਚ ਵੀ ਇਹ ਕੁਛ ਤੇ ਨਹੀਂ ਜਿਹੜਾ ਉਹ ਕਰੀ ਬੈਠੇ ਹੈਗੇ। ਕੀ ਜਿਹੜਾ ਉਹ ਚੱਲ ਰਿਹਾ ਆ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਮੁੱਦਾ ਇਸ ਟਾਈਮ ਜ਼ੋਰਾਂ ਤੇ ਆ। ਆਪਾਂ ਨੂੰ ਪਤਾ ਵੀ ਅਮਰੀਕਾ ਦੇ ਵਿੱਚ ਕੀ ਕੁਛ ਜਿਹੜਾ ਹੋ ਰਿਹਾ, ਬਾਹਰਲੇ ਮੁਲਕਾਂ ਦੇ ਵਿੱਚ ਖਾਸ ਕਰਕੇ ਜਿਹੜੇ ਸਿੱਖ ਐਕਟਿਵਿਸਟ ਆ ਉਹਨਾਂ ਦੇ ਨਾਲ ਕੀ ਜਿਹੜਾ ਉਹ ਕੀਤਾ ਜਾ ਰਿਹਾ। ਸੋ ਸਿੱਖਾਂ ਨੂੰ ਬਹੁਤ ਜ਼ਿਆਦਾ ਸੁਚੇਤ, ਜਿਹੜੇ ਐਕਟਿਵਿਸਟ ਆ ਉਹਨਾਂ ਨੂੰ ਬੜੇ ਸੁਚੇਤ ਰਹਿਣ ਦੀ ਜ਼ਰੂਰਤ ਹੈਗੀ ਆ ਵੀ ਤੁਸੀਂ ਕਿਹੜੀ ਚੀਜ਼ ਵਰਤ ਰਹੇ ਆ, ਕਿੱਥੋਂ ਲੈ ਰਹੇ, ਕਿਵੇਂ ਕਰ ਰਹੇ ਆ, ਵੀ ਉਹਦਾ ਧਿਆਨ ਰੱਖੋ। ਯੂ ਨੈਵਰ ਨੋ। ਪੈਗਾਸਸ ਬਣਾਉਣ ਵਾਲੇ ਵੀ ਇਜ਼ਰਾਈਲ ਵਾਲੇ ਸੀਗੇ, ਉਹਦੀ ਵਰਤੋਂ ਕਰਦੇ ਹੋਏ ਉੱਥੋਂ ਦੀ ਸਰਕਾਰ ਨੇ, ਭਾਰਤ ਮੋਦੀ ਦੀ ਸਰਕਾਰ ਨੇ ਆਪਣੇ ਜਿਹੜੇ ਉਲਟ ਜਿਹੜੀ ਕਹਿ ਲਓ ਵੀ ਉਹਨਾਂ ਦੀ ਆਪੋਜੀਸ਼ਨ ਪਾਰਟੀ ਵਾਲੇ ਆ ਉਹਨਾਂ ਦੇ ਵਿੱਚ ਕੀਤਾ। ਬਾਕੀ ਦੁਨੀਆ ਭਰ ਦੇ ਵਿੱਚ ਜਿਹੜੇ ਜਿੰਨੇ ਵੀ ਐਕਟਿਵਿਸਟ ਆ ਜੋ ਵੀ ਇੰਡੀਆ ਦੇ ਉਲਟ ਬੋਲਦੇ ਆ, ਜੋ ਧੱਕਾ ਹੋ ਰਿਹਾ ਇੰਡੀਆ ਦੇ ਵਿੱਚ ਉਸ ਬਾਰੇ ਬੋਲਦੇ ਆ, ਉਹਨਾਂ ਦੇ ਜਿਹੜਾ ਉਹਨਾਂ ਨੇ ਫੋਨਸ ਦੇ ਵਿੱਚ ਉਹ ਕੀਤਾ ਸੀਗਾ। ਸੋ ਇਹ ਬਹੁਤ ਧਿਆਨ ਰੱਖਣ ਵਾਲੀ ਜਿਹੜੀ ਇਸ ਟਾਈਮ ਜ਼ਰੂਰਤ ਜਿਹੜੀ ਉਹ ਹੈਗੀ ਆ। ਸੋ ਲੈਟਸ ਸੀ ਕੀ ਇਸ ਦੇ ਵਿੱਚ ਓਵਰਆਲ ਹਰਜੋਤ ਸਿੰਘ ਜੀ ਬਣਦਾ ਹੈ। ਪਰ ਇਹ ਧੱਕਾ ਜਿਹੜਾ ਸ਼ਰੇਆਮ ਉੱਥੇ ਗਾਜ਼ਾ ਦੇ ਵਿੱਚ ਫਲਸਤੀਨੀਆਂ ਦੇ ਨਾਲ ਜਿਹੜਾ ਉਹ ਚੱਲ ਰਿਹਾ, ਇਹ ਹੁਣ ਤੁਸੀਂ ਦੇਖੋ ਵੀ ਦੁਨੀਆ ਦੇ ਵਿੱਚ ਲੋਕ ਆਮ ਗੱਲ ਕਰ ਦਿੰਦੇ ਵੀ ਸ਼ਾਂਤੀ ਹੋਣੀ ਚਾਹੀਦੀ ਹੈ ਜੀ, ਸ਼ਾਂਤੀ ਹੋਣੀ ਚਾਹੀਦੀ ਆ। ਜਿਨ੍ਹਾਂ ਟੱਬਰਾਂ ਦੇ ਮੋਹਰੇ, ਜਿਨ੍ਹਾਂ ਦੇ ਟੱਬਰਾਂ ਦੇ ਟੱਬਰ ਉੱਡਰੇ ਹੋਣਗੇ, ਤੁਸੀਂ ਉਹਨਾਂ ਦੇ ਮਨ ਦੇ ਵਿੱਚ ਕਿੱਥੋਂ ਸ਼ਾਂਤੀ ਲੈ ਆਉਂਗੇ? ਕੀ ਉਹਨਾਂ ਨੂੰ ਕਦੀ ਆਊਗੀ, ਆਸ ਹੋਊਗੀ, ਉਮੀਦ ਹੋਊਗੀ? ਇਹ 2-4 ਜਿਹੜੇ ਮਾਰ ਕੇ ਜਾਂ 270 ਮਾਰ ਕੇ ਉਹਨਾਂ ਨੇ ਹੋਰ ਕਿੰਨੇ ਖਾੜਕੂ ਤਿਆਰ ਕਰਕੇ ਉਹਨਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ। ਉਹ ਇਹ ਅੱਜ ਦਾ ਨਹੀਂ, ਕਿੰਨੇ ਦਹਾਕਿਆਂ ਤੋਂ ਇਹ ਕੁਛ ਜਿਹੜਾ ਆ ਉਹ ਚੱਲ ਰਿਹਾ ਆ। ਸੇਮ ਜਿਹੜੀਆਂ ਚੀਜ਼ਾਂ ਆ, ਜਦੋਂ ਕਿਸੇ ਮਾਈਨੋਰਿਟੀ ਦੇ ਨਾਲ ਧੱਕਾ ਹੁੰਦਾ ਹੈ, ਜਦੋਂ ਕਿਸੇ ਦੇ ਨਾਲ ਵੀ ਧੱਕਾ ਹੁੰਦਾ ਆ, ਉਹ ਸ਼ਰੇਆਮ ਇੱਦਾਂ ਦੇਖਦੇ ਆ ਤੇ ਗਾਂ ਉਹਨਾਂ ਦੀਆਂ ਨਸਲਾਂ ਦੇ ਵਿੱਚ ਇਹ ਸੁਭਾਵਿਕ ਤੌਰ ਦੇ ਵਿੱਚ, ਇਹ ਸੁਭਾਵਿਕ ਹੀ ਗੱਲ ਆ ਵੀ ਉਹਨਾਂ ਨਸਲਾਂ ਦੇ ਵਿੱਚ ਆਉਣ ਵਾਲੀਆਂ ਪੀੜ੍ਹੀਆਂ ਦੇ ਵਿੱਚ ਇੱਦਾਂ ਦਾ ਜਿਹੜਾ ਉਹਨਾਂ ਨੂੰ ਪ੍ਰੋਪੋਗੰਡਾ ਕਰਨ ਦੀ ਨਹੀਂ ਲੋੜ, ਉਹਨਾਂ ਨੂੰ ਕੁਝ ਦੱਸਣ ਦੀ ਨਹੀਂ ਲੋੜ। ਉਹਨਾਂ ਨੇ ਆਪਣੀ ਅੱਖਾਂ ਦੇ ਨਾਲੇ ਸਾਰਾ ਕੁਝ ਜਿਹੜਾ ਉਹ ਦੇਖਿਆ ਆ। ਯਾਇਰ ਸਿਨੇਮਾ ਇਹ ਉਹੀ ਬੰਦਾ ਆ ਜਿਹਨੇ ਹਮਾਸ ਦੇ ਨੂੰ ਲੀਡ ਕਰਕੇ ਉੱਥੇ ਉਦੋਂ ਹਮਲਾ ਕੀਤਾ ਇਜ਼ਰਾਈਲ ਦੇ ਉੱਤੇ। ਉਹੀ ਬੰਦਾ ਆ ਜਿਹਦੇ ਕਈ ਦਹਾਕੇ ਪਹਿਲਾਂ ਉਹਦੇ ਸਾਹਮਣੇ ਉਹਦੇ ਮਾਪੇ ਨੂੰ, ਉਹਦੇ ਟੱਬਰ ਨੂੰ ਜਿਹੜਾ ਉਹ ਇਜ਼ਰਾਈਲ ਦੇ ਦੁਆਰਾ ਮਾਰਿਆ ਗਿਆ ਸੀ। ਫਿਰ ਇਵੈਂਚੁਅਲੀ ਜਿਹੜਾ ਉਸ ਬਦਲੇ ਵੱਲ ਨੂੰ ਵਧਿਆ। ਸੋ ਇਹ ਸਰਕਲ ਆ, ਇਹ ਜਿਹੜਾ ਉਹ ਤੁਰਿਆ ਰਹਿੰਦਾ ਆ। ਪਰ ਇਸ ਟਾਈਮ
ਪੂਰਾ ਧੱਕਾ ਚੱਲ ਰਿਹਾ। ਇਸ ਦੇ ਵਿੱਚ ਹੀ ਹਰਜੋਤ ਸਿੰਘ ਜੀ ਇੱਕ ਅਪਡੇਟ ਆਪਾਂ ਹੋਰ ਨਾਲ ਦਿੰਦੇ ਜਾਈਏ, ਕਿਉਂਕਿ ਇਜ਼ਰਾਈਲ ਮਿੱਤਰ ਆ ਅਮਰੀਕਾ ਦਾ। ਇਜ਼ਰਾਈਲ ਦੀ ਹੈਲਪ ਦੇ ਲਈ US ਕਹਿੰਦਾ ਵੀ ਛੋਟਾ ਇੱਕ ਟਰੂਪ ਮਿਲਟਰੀ ਦਾ ਮਿਡਲ ਈਸਟ ਦੇ ਵਿੱਚ ਇਜ਼ਰਾਈਲ ਲੈਬਨਾਨ ਐਸਕੇਲੇਸ਼ਨ ਹੋਣ ਤੋਂ ਪਹਿਲਾਂ ਉਧਰ ਨੂੰ ਜਿਹੜਾ ਉਹ ਘੱਲਣ ਜਾ ਰਿਹਾ ਆ। ਪ੍ਰੈਸ ਪੈਂਟਾਗਨ ਦੇ ਜਿਹੜੇ ਪ੍ਰੈਸ ਸਕੱਤਰ ਮੇਜਰ ਜਨਰਲ ਪੈਟਰਿਕ ਰਾਈਡਰ ਆ, ਉਹਨਾਂ ਨੇ ਅੱਜ ਜਿਹੜੇ ਇਸ ਦੇ ਬਾਰੇ ਗੱਲਬਾਤ ਕਰਦੇ ਹੋਏ ਜਿਹੜਾ ਉਹ ਦੱਸਿਆ ਆ। ਕਹਿੰਦੇ ਵੀ ਸਿਰਫ ਆਪਰੇਸ਼ਨਲ ਸਿਕਿਉਰਿਟੀ ਰੀਜ਼ਨਸ ਦੇ ਲਈ ਇਸ ਤੋਂ ਵੱਧ ਮੈਂ ਹੋਰ ਕੋਈ ਟਿੱਪਣੀ ਜਿਹੜੀ ਉਹ ਨਹੀਂ ਕਰਨੀ। ਟੈਂਸ਼ਨਸ ਮਿਡਲ ਈਸਟ ਦੇ ਵਿੱਚ ਕਹਿੰਦੇ ਵਧੀਆਂ ਪਈਆਂ ਆ ਤੇ ਪ੍ਰੀਕਾਸ਼ਨ ਦੇ ਤੌਰ ਦੇ ਉੱਤੇ ਉਹ ਕਹਿੰਦੇ ਵੀ ਐਡੀਸ਼ਨਲ US ਮਿਲਟਰੀ ਪਰਸਨਲ ਆ, ਉਹਨਾਂ ਨੂੰ ਅੱਗੇ ਜਿਹੜਾ ਉੱਥੇ ਘੱਲਣ ਜਾ ਰਹੇ ਆ। US ਦੇ ਆਲਰੇਡੀ ਉੱਥੇ ਹਜ਼ਾਰਾਂ ਹੀ ਟਰੂਪਸ ਇਲਾਕੇ ਦੇ ਵਿੱਚ ਰਹਿੰਦੇ ਆ, ਜਿਹੜੇ ਕਿ ਈਸਟਰਨ ਮੈਡੀਟਰੇਨੀਅਨ ਤੇ ਰੈੱਡ ਸੀ ਦੇ ਇਰਦ ਗਿਰਦ ਆ। ਉਧਰ ਹਜ਼ਾਰਾਂ ਹੀ ਲੱਖਾਂ ਹੀ ਜਿਹੜੇ ਲੈਬਨੀਜ਼ ਲੋਕ ਆ, ਉਹਨਾਂ ਨੂੰ ਕਹਿੰਦੇ ਵੀ ਆਟੋਮੇਟਿਡ ਕਾਲਸ ਜਿਹੜੀਆਂ ਉਹ ਆ ਰਹੀਆਂ ਆ, ਜਿਸ ਦੇ ਵਿੱਚ ਉਹ ਕਹਿ ਰਿਹਾ ਵੀ ਭਾਈ ਤੁਸੀਂ ਇਵੈਕੂਏਟ ਕਰ ਜਾਓ। ਅਨਨੋਨ ਸੋਰਸ ਤੋਂ ਜਿਹੜਾ ਉਹ ਆ ਰਿਹਾ। ਲੈਬਨੀਜ਼ ਟੈਲੀਕਾਮ ਕੰਪਨੀ ਨੇ ਕਿਹਾ ਵੀ ਉਹਨਾਂ ਨੇ ਤਕਰੀਬਨ 80,000 ਅਜਿਹੀਆਂ ਕਾਲਸ ਡਿਟੈਕਟ ਕੀਤੀਆਂ ਆ, ਜਿਹੜੀਆਂ ਉਹਨਾਂ ਦੇ ਕਸਟਮਰਸ ਨੂੰ ਗਈਆਂ ਆ ਅਨਨੋਨ ਸੋਰਸਿਸ ਤੋਂ, ਵੀ ਤੁਸੀਂ ਇਵੈਕੂਏਟ ਕਰ ਦਿਓ, ਇੱਥੇ ਜਿਹੜਾ ਤੁਹਾਡੀ ਜਾਨ ਨੂੰ ਜਿਹੜਾ ਉਹ ਖਤਰਾ ਹੋ ਸਕਦਾ ਆ। ਸੋ ਹਰਜੋਤ ਸਿੰਘ ਜੀ, ਲੱਗ ਰਿਹਾ ਵੀ ਲੈਬਨਾਨ ਤੇ ਇਜ਼ਰਾਈਲ ਦੇ ਦਰਮਿਆਨ ਵੀ ਜਿਹੜਾ ਇਹ ਲੜਾਈ ਆ, ਯੁੱਧ ਆ, ਜਿਹੜਾ ਉਹ ਜਲਦ ਹੀ ਛਿੜਨ ਜਿਹੜੀ ਉਹ ਜਾ ਰਹੀ ਹੈਗੀ ਆ। ਇਜ਼ਰਾਈਲ ਵਾਲੇ ਲੱਗਦਾ ਹੈ ਵੀ ਉਧਰਲੇ ਪਾਸੇ ਨੂੰ ਹੁਣ ਤੇਜ਼ੀ ਜਿਹੜੀ ਉਹ ਵਧਾ ਸਕਦੇ ਆ। ਉਧਰ ਲਬਨਾਨ ਦੇ ਵਿੱਚ ਸਾਰੇ ਹੀ ਸਕੂਲਾਂ ਨੂੰ ਅੱਜ ਤੇ ਯੂਨੀਵਰਸਿਟੀਜ਼ ਨੂੰ ਉਹਨਾਂ ਦੇ ਕੰਮਕਾਜ ਆ, ਉਹਨਾਂ ਨੂੰ ਸਸਪੈਂਡ ਜਿਹੜਾ ਉਹ ਕਰ ਦਿੱਤਾ ਗਿਆ ਹੈ। ਜੀ ਬਿਲਕੁਲ, ਲੜਾਈ ਆਲਰੇਡੀ ਜਿਹੜੀ ਇਹ ਸ਼ੁਰੂ ਹੋ ਗਈ ਹੈਗੀ ਹੈ। ਜਿਹੜੀਆਂ ਖਬਰਾਂ ਆ ਆਪਾਂ ਤੁਹਾਡੇ ਨਾਲ ਨਿਊਯਾਰਕ ਟਾਈਮ, ਰਿਊਟਰਸ ਤੇ ਗਾਰਡੀਅਨ, ਇਹਨਾਂ ਤਿੰਨਾਂ ਦੇ ਵਿੱਚ ਜੋ ਛਪਿਆ ਉਹ ਆਪਾਂ ਤੁਹਾਡੇ ਨਾਲ ਸਾਂਝਾ ਕੀਤਾ ਹੈਗਾ। ਲੇਟੈਸਟ ਦੱਸਦੇ ਜਾਈਏ, ਇਜ਼ਰਾਈਲ ਵੱਲੋਂ ਜੋ ਬੰਬਾਰਡਮੈਂਟ ਕੀਤੀ ਗਈ ਆ ਲੈਬਨਾਨ ਦੇ ਵਿੱਚ, ਉਹਦੇ ਨਾਲ ਐਗਜ਼ੈਕਟਲੀ ਹੁਣ ਤੱਕ 274 ਲੋਕ ਮਾਰੇ ਜਾ ਚੁੱਕੇ ਆ। ਫੀਰਸ ਅਵਿਆਦ ਕਰਕੇ ਜੋ ਹੈਲਥ ਮਿਨਿਸਟਰ ਆ ਲੈਬਨਾਨ ਦੇ, ਉਹਦੇ ਵਿੱਚੋਂ 31 ਬੱਚੇ ਆ, 31 ਬੀਬੀਆਂ ਆ। ਹੁਣ ਦੱਸੋ ਉਹਨਾਂ ਦਾ ਕੀ ਕਸੂਰ ਹੈਗਾ। ਤੇ 1000 ਤੋਂ ਵੱਧ ਲੋਕ ਜਿਹੜੇ ਆ ਉਹ ਫੱਟੜ ਹੋਏ ਹੈਗੇ ਆ। ਅਵਿਆਦ ਨੇ ਕਿਹਾ ਵੀ ਜਿਹੜੀਆਂ ਇਜ਼ਰਾਈਲ ਦੀਆਂ 에ਅਰ ਸਟ੍ਰਾਈਕਸ ਆ, ਉਹ ਹਸਪਤਾਲਾਂ 'ਚ, ਮੈਡੀਕਲ ਸੈਂਟਰਸ ਤੇ ਐਂਬੂਲੈਂਸਸ ਦੇ ਉੱਤੇ ਹੋਈਆਂ ਆ। ਕਹਿੰਦੇ ਐਟਲੀਸਟ 2 ਐਂਬੂਲੈਂਸਸ ਡੈਮੇਜ ਹੋਈਆਂ ਤੇ ਇੱਕ ਜਿਹੜਾ ਮੈਂਬਰ ਲੈਬਨਾਨ ਦਾ ਸਿਵਲ ਡਿਫੈਂਸ ਦਾ ਆ, ਉਹ ਫੱਟੜ ਵੀ ਹੋਇਆ ਹੈਗਾ ਆ। ਤੇ ਹਜ਼ਾਰਾਂ ਲੋਕ ਜਿਹੜੇ ਆ ਉਹ ਫੱਟੜ ਹੋ ਚੁੱਕੇ ਹੈਗੇ ਆ। ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਬੈਂਜਾਮਿਨ ਨੇਤਨਯਾਹੂ ਨੇ ਹੁਣ ਇਹ ਕਿਹਾ ਆ ਵੀ ਅਸੀਂ ਜੋ ਪੂਰੀ ਤਰ੍ਹਾਂ ਉੱਥੋਂ ਜਿਹੜਾ ਟੈਰਰਿਜ਼ਮ ਆ, ਜਿਹੜਾ ਹਿਜ਼ਬੁੱਲਾ ਨੂੰ ਫੈਲਾਇਆ ਜਾ ਰਿਹਾ, ਉਸ ਨੂੰ ਖਤਮ ਕਰਨ ਜਾ ਰਹੇ ਆ। ਸੋ ਉਹਨਾਂ ਨੂੰ ਆਲਰੇਡੀ ਜਿਹੜੀ ਆ ਇਹ ਸਟੇਟਮੈਂਟ ਜਾਰੀ ਕਰ ਦਿੱਤੀ ਗਈ ਹੈਗੀ ਆ। ਜੀ ਬਿਲਕੁਲ। ਹਰਜੋਤ ਸਿੰਘ ਜੀ, ਅਗਲੀ ਅੱਜ ਦੀ ਜਿਹੜੀ ਵੱਡੀ ਖਬਰ ਆ ਉਸ ਉੱਤੇ ਨਜ਼ਰ ਮਾਰੀਏ। ਮੋਦੀ ਅਮਰੀਕਾ ਦੇ ਵਿੱਚ ਆਇਆ ਆ, ਉਸ ਦਾ ਥਾਂ ਦੇ ਉੱਤੇ ਸਿੱਖਾਂ ਦੇ ਦੁਆਰਾ ਜਿਹੜਾ ਉਹ ਖਾਸ ਕਰਕੇ ਵਿਰੋਧ ਜਿਹੜਾ ਉਹ ਕੀਤਾ ਜਾ ਰਿਹਾ ਆ। ਨਿਊਯਾਰਕ ਦੇ ਵੱਖ-ਵੱਖ ਥਾਵਾਂ ਦੇ ਜਿਸ ਹੋਟਲ ਦੇ ਵਿੱਚ ਰੁਕਿਆ, ਉਸ ਦੇ ਬਾਹਰ ਵੀ ਪੱਕੇ ਕਹਿੰਦੇ ਆ ਵੀ ਉੱਥੇ ਜਿਹੜੇ ਪ੍ਰੋਟੈਸਟਰਸ ਨੇ ਡੇਰੇ ਜਿਹੜੇ ਉਹ ਲਾਏ ਹੋਏ ਆ, ਤਾਂ ਜੋ ਉਹਨੂੰ ਵੀ ਜਿਹੜੀ ਉਹਨੇ ਸਿੱਖਾਂ ਦੀ ਇੱਕ ਹਿਸਾਬ ਦੇ ਨਾਲ ਨੱਕ 'ਚ ਦਮ ਕੀਤਾ, ਮਾਈਨੋਰਟੀਜ਼ ਦੇ ਨਾਲ ਧੱਕਾ ਜਿਹੜਾ ਚੱਲ ਰਿਹਾ, ਕਹਿੰਦੇ ਵੀ ਅਸੀਂ ਵੀ ਤੈਨੂੰ ਜਿਹੜਾ ਉੱਥੇ ਸੌਣ ਨਹੀਂ ਦੇਣਾ ਹੈਗਾ। ਤੇ ਉਧਰ ਵੱਖ-ਵੱਖ ਥਾਵਾਂ ਦੇ ਉੱਤੇ ਜਿਹੜੇ ਪ੍ਰੋਟੈਸਟ ਜਿਹੜੇ ਉਹ ਹੋਏ ਆ, ਚਾਹੇ ਉਹ ਵਾਸ਼ਿੰਗਟਨ ਦੇ ਵਿੱਚ ਸੀਗੇ, ਚਾਹੇ ਉਹ ਨਿਊਯਾਰਕ ਦੇ ਵਿੱਚ ਸੀਗੇ। ਸੋ ਸੈਂਕੜਿਆਂ ਦੀ ਤਾਦਾਦ ਦੇ ਵਿੱਚ ਜਿਹੜੇ ਸਿੱਖ ਆ, ਉਹਨਾਂ ਨੇ ਇਹਨਾਂ ਪ੍ਰੋਟੈਸਟ ਦੇ ਵਿੱਚ ਜਿਹੜਾ ਉਹ ਹਿੱਸਾ ਲਿਆ। ਤੀਜੀ ਵਾਰ ਮੁੱਖ ਮੰਤਰੀ ਬਣਿਆ ਨਰਿੰਦਰ ਮੋਦੀ। ਹੁਣੇ ਰੂਸ ਦੇ ਦੌਰੇ ਤੇ ਵੀ ਜਾ ਕੇ ਆਇਆ ਸੀ, ਜਿੱਥੇ ਯੂਕਰੇਨ ਦੇ ਵਿੱਚ ਪੁਤਿਨ ਦੀ ਜਿਹੜੀ ਉਹ ਕਹਿ ਲਓ ਵੀ ਸ਼ਾਂਤੀ ਵਾਲੀ ਚਿੱਠੀ ਦਾ ਦੂਤ ਬਣ ਕੇ ਜਿਹੜਾ ਹੋ ਗਿਆ। ਪਰ ਅੰਦਰ ਖਾਤੇ ਆਪਾਂ ਨੂੰ ਪਤਾ ਵੀ ਹੁਣੇ ਰੀਸੈਂਟਲੀ ਇੱਕ ਨਿਊਜ਼ ਬ੍ਰੇਕ ਹੋਈ ਸੀ, ਜਿਸ ਵਿੱਚ ਇਹ ਪਤਾ ਲੱਗਾ ਸੀਗਾ ਵੀ ਕਿਸ ਤਰੀਕੇ ਦੇ ਨਾਲ ਮੋਦੀ, ਭਾਰਤ ਤੇ ਰਸ਼ੀਆ ਨੇ ਆਪਸ ਦੇ ਵਿੱਚ ਇੱਕ ਗੁਪਤ ਜਿਹੜੀ ਕਹਿ ਲਓ ਵੀ ਰਾਹ ਬਣਾਇਆ ਸੀ, ਜਿਸ ਨਾਲ ਭਾਰਤ ਸਪਲਾਈ ਕਰ ਰਿਹਾ ਸੀਗਾ ਰਾ ਮਟੀਰੀਅਲ ਰੂਸ ਨੂੰ, ਜੋ ਕਿ ਯੂਕਰੇਨ ਦੀ ਯੁੱਧ ਦੇ ਵਿੱਚ ਉਹ ਲਗਾਤਾਰ ਉੱਥੇ ਵਰਤ ਰਹੇ ਸੀਗੇ। ਹੁਣ ਮੋਦੀ ਇੱਥੇ ਪਹੁੰਚਿਆ ਹੈ, ਪਰ ਉਸ ਤੋਂ ਪਹਿਲਾਂ ਹੀ ਮੋਦੀ ਦੇ ਆਉਣ ਤੋਂ ਪਹਿਲਾਂ ਜਿਹੜੀ ਵੱਡੀ ਚੀਜ਼ ਇਹ ਵਾਪਰੀ ਆ, US ਦੇ ਬਹੁਤ ਹੀ ਸੀਨੀਅਰ ਅਧਿਕਾਰੀ ਜਿਹੜੇ ਆ ਉਹ ਸਿੱਖ ਐਕਟਿਵਿਸਟ, ਸਿੱਖ ਐਡਵੋਕੇਟਸ ਦੇ ਨਾਲ ਜਿਹੜੇ ਉਹ ਮਿਲੇ ਆ ਬਾਈਡਨ ਤੇ ਮੋਦੀ ਦੀ ਮੀਟਿੰਗ ਤੋਂ ਪਹਿਲਾਂ। ਬਾਈਡਨ ਹੋਣਾ ਦਾ ਉੱਦਾਂ ਚਲੋ ਹੁਣ ਇਹ ਨਹੀਂ ਪਤਾ ਵੀ ਉਹਨਾਂ ਨੇ ਜਾਣ ਕੇ ਕੀਤਾ ਜਾਂ ਉਹਨਾਂ ਕੋਲ ਹੋ ਗਿਆ। ਜਦ ਕਹਿੰਦੇ ਵੀ ਮੋਦੀ ਨੂੰ ਬੁਲਾਉਣ ਲੱਗੇ ਤਾਂ ਕਹਿੰਦੇ ਵੀ ਹੂਸ ਨੈਕਸਟ, ਉਹਨੂੰ ਚੇਤੇ ਭੁੱਲ ਗਿਆ ਵੀ ਇਹ ਮੋਦੀ ਹੁਣੀ ਜਿਹੜੇ ਉੱਥੇ ਪਹੁੰਚੇ ਆ, ਜਾਂ ਉਹਨਾਂ ਨੇ ਜਾਣ ਕੇ ਉਸ ਨੂੰ ਇਸ ਤਰੀਕੇ ਦੇ ਨਾਲ ਜਿਹੜਾ ਉਹ ਫੀਲ ਕਰਾਇਆ ਕਿ ਤੂੰ ਕਿਸ ਤਰੀਕੇ ਦੇ ਨਾਲ, ਕਿਸ ਤਰੀਕੇ ਦੇ ਬਰਾਬਰ ਤੇ ਅਸੀਂ ਤੈਨੂੰ ਜਿਹੜਾ ਉਹ ਸੋਚਦੇ ਆ।
ਕਹਿੰਦੇ ਵੀ ਯੂਐਸ ਦੇ ਜਿਹੜੇ ਸੀਨੀਅਰ ਅਧਿਕਾਰੀ ਸਿੱਖ ਐਡਵੋਕੇਟਸ ਦੇ ਨਾਲ ਬੀਤੇ ਵੀਰਵਾਰ ਨੂੰ ਮਿਲੇ ਸੀਗੇ, ਖਾਸ ਕਰਕੇ ਉਸ ਮੌਕੇ ਦੇ ਉੱਤੇ ਜਦ ਆਪਾਂ ਟਰਾਂਸਨੈਸ਼ਨਲ ਰਿਪਰੈਸ਼ਨ ਦੀ ਮੁੱਦਾ ਜਿਹੜਾ ਉਹ ਦੇਖ ਰਹੇ ਹਾਂ, ਜਿੱਥੇ ਸਿੱਖਾਂ ਨੂੰ ਕਾਫੀ ਜ਼ਿਆਦਾ ਖਤਰਾ ਯੂਐਸ ਦੇ ਵਿੱਚ ਭਾਰਤੀ ਰਜੀਮ ਦੇ ਕੋਲੋਂ, ਭਾਰਤੀ ਸਰਕਾਰ ਦੇ ਕੋਲੋਂ, ਭਾਰਤੀ ਸਰਕਾਰ ਦੇ ਜਿਹੜੇ ਪੜ੍ਹ ਰਹੇ ਲੋਕ ਆ ਉਹਨਾਂ ਤੋਂ ਜਿਹੜਾ ਇੱਥੇ ਦੇਖਿਆ ਗਿਆ ਆ। ਯੂਐਸ ਦੇ ਵਿੱਚ ਸਿੱਖ ਫਾਰ ਜਸਟਿਸ ਦੇ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀ ਜਿਹੜੀ ਇੱਕ ਕੋਝੀ ਚਾਲ ਜਿਹੜੀ ਚੱਲੀ ਜਾ ਰਹੀ ਸੀ, ਉਸ ਦਾ ਭਾਂਡਾ ਜਿਹੜਾ ਉਹ ਪਹਿਲਾਂ ਹੀ ਖੂਫੀਆ ਏਜੰਸੀਆਂ ਨੇ ਜਿਹੜਾ ਉਸ ਨੂੰ ਭੰਨ ਦਿੱਤਾ ਸੀਗਾ। ਕਹਿੰਦੇ ਵੀ ਇਹ ਜਿਹੜੀ ਮੀਟਿੰਗ ਆ ਵਾਈਟ ਹਾਊਸ ਦੇ ਸੀਨੀਅਰ ਤੇ ਯੂਐਸ ਇੰਟੈਲੀਜੈਂਸ ਦੇ ਜਿਹੜੇ ਅਧਿਕਾਰੀ ਆ ਉਹਨਾਂ ਦੇ ਨਾਲ ਜਿਹੜੀ ਉਹ ਹੋਈ ਆ ਜਦ ਪ੍ਰੈਜ਼ੀਡੈਂਟ ਜੋ ਬਾਈਡਨ ਨੇ ਮੋਦੀ ਦੇ ਨਾਲ ਮੁਲਾਕਾਤ ਕਰਨੀ ਸੀਗੀ। ਰੂਸ ਦੇ ਨਾਲ ਸਮਝੌਤੇ ਤਾਂ ਉਹਨਾਂ ਦੇ ਜਿਹੜੇ ਚੱਲ ਰਹੇ ਆ, ਉਧਰ ਯੂਐਸ ਪੁਸ਼ ਕਰ ਰਿਹਾ ਹੈ, ਇੰਡੀਆ ਦੇ ਉੱਤੇ ਦਬਾਅ ਪਾ ਰਿਹਾ ਆ ਵੀ ਉਹ ਇਨਵੈਸਟੀਗੇਸ਼ਨ ਦੇ ਵਿੱਚ ਜਿਹੜਾ ਮਰਡਰ ਪਲਾਟ ਆ ਉਸ ਦੇ ਵਿੱਚ ਉਹ ਸਾਥ ਦੇਣ, ਉਸ ਦੀ ਉਹ ਇਨਵੈਸਟੀਗੇਸ਼ਨ ਕਰਨ, ਉਸ ਦੀ ਉਹ ਜਿਹੜੀ ਉਹ ਜਾਂਚ ਕਰਨ, ਜਿਸ ਦੇ ਵਿੱਚ ਯੂਐਸ ਕੈਨੇਡਾ ਦੇ ਜਿਹੜੇ ਡੂਅਲ ਸਿਟੀਜ਼ਨ ਆ ਪੰਨੂ ਉਹਨਾਂ ਨੂੰ ਮਾਰਨ ਦੀ ਜਿਹੜੀ ਸੁਪਾਰੀ ਆ ਉਹ ਦਿੱਤੀ ਗਈ ਸੀਗੀ। ਇਹ ਅਧਿਕਾਰੀਆਂ ਨੇ ਜਿਹੜਾ ਬਰੀਫ ਕੀਤਾ ਜਿਹੜੇ ਸਿੱਖ ਐਡਵੋਕੇਟਸ ਨੂੰ ਜਿਹੜੀਆਂ ਹੋਰ ਕਨਵਰਸੇਸ਼ਨਸ ਜਿਹੜੀਆਂ ਇੰਡੀਆ ਬਾਬਤ ਜਿਹੜੀਆਂ ਉਹ ਚੱਲ ਰਹੀਆਂ ਆ। ਨੈਸ਼ਨਲ ਸਿਕਿਉਰਿਟੀ ਕੌਂਸਲ ਦੇ ਦੁਆਰਾ ਜਿਹੜੀ ਇਹ ਮੀਟਿੰਗ ਆ ਉਹ ਰੱਖੀ ਗਈ ਸੀ, ਜਿਸ ਦੇ ਵਿੱਚ ਜਿਹੜੇ ਸਿੱਖ ਲੀਡਰਸ ਆ, ਸਿੱਖ ਐਕਟਿਵਿਸਟ ਆ, ਸਿੱਖ ਐਡਵੋਕੇਟਸ ਆ, ਉਹਨਾਂ ਨੇ ਉੱਥੇ ਜਿਹੜੀ ਉਹ ਮੁਲਾਕਾਤ ਕੀਤੀ ਆ। ਵਾਈਟ ਹਾਊਸ ਤੇ ਨਾਲ ਦੇ ਨਾਲ ਇੰਡੀਅਨ ਐਮਬੈਸੀ ਉਹਨਾਂ ਨੇ ਇਸ ਮੀਟਿੰਗ ਨੂੰ ਲੈ ਕੇ ਕੋਈ ਬੜੀ ਜਿਹੜੀ ਅਜੇ ਤੱਕ ਟਿੱਪਣੀ ਜਿਹੜੀ ਉਹ ਨਹੀਂ ਦਿੱਤੀ ਹੈਗੀ। ਇਸ ਦੇ ਸਾਈਡਲਾਈਨ ਉੱਤੇ ਦੇਖਿਆ ਜਾਵੇ ਤਾਂ ਬਾਈਡਨ ਤੇ ਮੋਦੀ 1-on-1 ਜਿਹੜੀ ਉਹ ਡਿਸਕਸ਼ਨ ਆ, ਮੀਟਿੰਗ ਆ ਉਹ ਕਰਨ ਜਿਹੜੀ ਉਹ ਜਾ ਰਹੇ ਆ। ਜਿਹੜੇ ਕੁਆਡ ਦੀ ਵੀ ਮੈਂਬਰਸ਼ਿਪ ਆ ਉਸ ਨੂੰ ਲੈ ਕੇ ਜਿਸ ਤੇ ਯੂਐਸ, ਇੰਡੀਆ, ਜਾਪਾਨ ਤੇ ਆਸਟ੍ਰੇਲੀਆ ਜਿਹੜੇ ਆ ਉਹ ਆਪਸ ਦੇ ਵਿੱਚ ਜਿਹੜੇ ਉਹ ਬਣੇ ਪਏ ਹੈਗੇ ਆ ਜੀ, ਆਪਸ ਚ ਉਹ ਸਾਰੇ ਮੈਂਬਰ ਨੇ ਜੀ। ਜੀ ਸੋ ਬਿਲਕੁਲ ਇਹਦੇ ਸੰਬੰਧ ਦੇ ਵਿੱਚ ਡਾਕਟਰ ਪ੍ਰਿਤਪਾਲ ਸਿੰਘ ਜਿਹੜੇ ਫਾਊਂਡਰ ਹੈਗੇ ਅਮਰੀਕਨ ਸਿੱਖ ਕਾਕਸ ਕਮੇਟੀ ਦੇ, ਉਹਨਾਂ ਨੇ ਕਿਹਾ ਵੀ ਅਸੀਂ ਫੈਡਰਲ ਗਵਰਨਮੈਂਟ ਦੇ ਉਹਨਾਂ ਅਧਿਕਾਰੀਆਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਅਮਰੀਕਨ ਸਿੱਖਾਂ ਦੀ ਜ਼ਿੰਦਗੀ ਨੂੰ ਜਿਹੜਾ ਸੇਵ ਕਰਨ ਦੇ ਵਿੱਚ ਜਿਹੜਾ ਹਿੱਸਾ ਪਾ ਰਹੇ ਹੈਗੇ ਆ ਤੇ ਪੂਰੀ ਜਿਹੜੀ ਨਜ਼ਰ ਉਹ ਰੱਖ ਰਹੇ ਹੈਗੇ ਆ। ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ ਵੀ ਜਦੋਂ ਤੋਂ ਮੋਦੀ ਤੀਜੀ ਵਾਰੀ ਪ੍ਰਾਈਮ ਮਿਨਿਸਟਰ ਬਣਿਆ ਹੈਗਾ ਸਿੱਖਾਂ ਦੇ ਉੱਤੇ ਬਹੁਤ ਜ਼ਿਆਦਾ ਜਿਹੜੇ ਅਟੈਕ ਹੋ ਰਹੇ ਆ। ਆਪਾਂ ਦੇਖਿਆ ਹੀ ਆ ਕੈਨੇਡਾ 'ਚ ਕੀ ਵਾਪਰਿਆ, ਅਮਰੀਕਾ 'ਚ ਕੋਸ਼ਿਸ਼ ਕੀਤੀ ਗਈ, ਇੰਗਲੈਂਡ 'ਚ, ਪਾਕਿਸਤਾਨ 'ਚ, ਇੰਡੀਆ ਦੇ ਵਿੱਚ ਜੋ ਕੁਝ ਵਾਪਰ ਰਿਹਾ ਹੈਗਾ। ਸੋ ਵਾਈਟ ਹਾਊਸ ਕੰਪਲੈਕਸ ਦੇ ਅੰਦਰ ਮੀਟਿੰਗ ਹੋਈ ਸੀ ਜਿਹਦੇ ਵਿੱਚ ਡਾਕਟਰ ਪ੍ਰਿਤਪਾਲ ਸਿੰਘ ਅਮਰੀਕਨ ਸਿੱਖ ਕਾਕਸ ਕਮੇਟੀ ਦੇ ਤੇ ਹੋਰ ਰਿਪਰੈਜ਼ੈਂਟੇਟਿਵ ਸਿੱਖ ਕੋਲੀਸ਼ਨ ਦੇ ਤੇ ਸਿੱਖ ਅਮਰੀਕਨ ਲੀਗਲ ਡਿਫੈਂਸ ਐਜੂਕੇਸ਼ਨ ਫੰਡ ਸੈਲਡੇਫ ਵਾਲੇ ਇਹ ਸੀਗੇ। ਇਸ ਤੋਂ ਬਿਨਾਂ ਹੋਰ ਵੀ ਬਹੁਤ ਸਾਰੇ ਸਿੱਖ ਸੀ ਪਰ ਸਾਰਿਆਂ ਦੀ ਜਿਹੜੀ ਇਨਫੋਰਮੇਸ਼ਨ ਸਾਨੂੰ ਹਜੇ ਤੱਕ ਨਹੀਂ ਪਹੁੰਚੀ ਹੈਗੀ ਕਿਹੜੇ ਕਿਹੜੇ ਸੀਗੇ। ਸਰੋਤਿਆਂ ਨੂੰ ਇਹ ਵੀ ਦੱਸਦੇ ਜਾਈਏ ਕੈਲੀਫੋਰਨੀਆ ਦੇ ਵਿੱਚ ਡਾਕਟਰ ਜਸਮੀਤ ਕੌਰ ਬੈਂਸ ਹੁਣੀ ਇੱਕ ਬਿੱਲ ਲੈ ਕੇ ਆਏ ਸੀ ਟਰਾਂਸਨੈਸ਼ਨਲ ਰਿਪਰੈਸ਼ਨ ਦਾ। ਅਸੈਂਬਲੀ 'ਚ ਤਾਂ ਪਾਸ ਹੋ ਗਿਆ ਸੀ, ਬਾਅਦ ਦੇ ਵਿੱਚ ਉਸ ਬਿੱਲ ਨੂੰ ਕਿਲ ਕਰ ਦਿੱਤਾ ਗਿਆ। ਉਸਨੇ ਕੋਸ਼ਿਸ਼ ਪੂਰੀ ਕੀਤੀ। ਹੁਣ ਜਿਹੜੇ ਯੂਐਸ ਦੇ ਕਾਂਗਰਸਮੈਨ ਆ ਕੈਲੀਫੋਰਨੀਆ ਤੋਂ ਐਡਮ ਸ਼ਿਫ, ਉਹਨਾਂ ਨੇ ਪਿਛਲੇ ਹਫ਼ਤੇ ਜਿਹੜਾ ਇੱਕ ਬਿੱਲ ਇੰਟਰੋਡਿਊਸ ਕੀਤਾ ਟਰਾਂਸਨੈਸ਼ਨਲ ਰਿਪਰੈਸ਼ਨ ਦਾ, ਰਿਪੋਰਟਿੰਗ ਐਕਟ ਆਫ ਟਰਾਂਸਨੈਸ਼ਨਲ ਰਿਪਰੈਸ਼ਨ ਰਿਪੋਰਟਿੰਗ ਐਕਟ ਆਫ 2024 ਤੇ ਇਹਦੇ ਵਿੱਚ ਇਹ ਰਿਕੁਆਇਰ ਕੀਤਾ ਜਾਊਗਾ ਜਿਹੜੇ ਕਿਸੇ ਵੀ ਸਟੇਟ ਦੇ ਜਿਹੜੇ ਅਟਾਰਨੀ ਜਨਰਲ ਆ ਉਹ ਕੋਆਰਡੀਨੇਟ ਕਰੂਗੇ ਵੱਖ-ਵੱਖ ਫੈਡਰਲ ਏਜੰਸੀਜ਼ ਦੇ ਨਾਲ ਪਈ ਕਿਹੜੇ ਲੋਕਾਂ ਦੇ ਅਗੇਂਸਟ ਟਰਾਂਸਨੈਸ਼ਨਲ ਰਿਪਰੈਸ਼ਨ ਹੋ ਰਿਹਾ ਹੈਗਾ। ਸੋ ਇਹ ਵਧੀਆ ਬਿੱਲ ਹੈਗਾ। ਉਹ ਕਹਿੰਦੇ ਆ ਵੀ ਇਸ ਬਿੱਲ ਦੇ ਮੁਤਾਬਕ ਮੈਸੇਜ ਆਊਗਾ ਸਾਡੇ ਜਿਹੜੇ ਦੋਸਤ ਲੋਕ ਵੀ ਹੈਗੇ ਆ ਤੇ ਜਿਹੜੇ ਦੁਸ਼ਮਣ ਵੀ ਹੈਗੇ ਆ ਵੀ ਅਮਰੀਕਾ ਚੁੱਪ ਕਰਕੇ ਨਹੀਂ ਬੈਠਾ। ਉਹ ਜਿਹੜਾ ਵੀ ਮੁਲਕ ਅਮਰੀਕਨ ਸਿਟੀਜ਼ਨ ਦੇ ਕੌਨਸਟੀਟਿਊਸ਼ਨ ਰਾਈਟ ਨੂੰ ਖਰਾਬ ਕਰੂਗਾ ਜਾਂ ਉਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕਰੂਗਾ ਤੇ ਅਸੀਂ ਉਹ ਟੋਲਰੇਟ ਨਹੀਂ ਕਰਾਂਗੇ। ਸੋ ਇਹ ਵੀ ਸਰੋਤਿਆਂ ਨੂੰ ਦੱਸਦੀ ਜਾਈਏ ਕਾਂਗਰਸਮੈਨ ਐਡਮ ਸ਼ੇਫ ਇਸ ਵਾਰੀ ਯੂਐਸ ਸੈਨੇਟ ਦੇ ਕੈਂਡੀਡੇਟ ਹੈਗੇ ਆ ਤੇ ਉਹਨਾਂ ਦਾ ਲਗਭਗ ਕੈਲੀਫੋਰਨੀਆ ਤੋਂ ਸੈਨੇਟਰ ਬਣਨਾ ਤੈਅ ਹੈਗਾ। ਜੀ ਬਿਲਕੁਲ। ਸੋ ਇਹ ਮੰਗ ਤਾਂ ਜਿਹੜੀ ਫੈਡਰਲ ਲੈਵਲ ਦੇ ਉੱਤੇ ਸੀਗੀ, ਆਲਦੋ ਜਸਮੀਤ ਕੌਰ ਬੈਂਸ ਦਾ ਬਹੁਤ ਬਹੁਤ ਧੰਨਵਾਦ ਅਸੈਂਬਲੀ ਵੂਮਨ, ਉਹ ਵੀ ਰੀਰਨ ਜਿਹੜੀ ਉਹਨਾਂ ਦੀ ਇਲੈਕਸ਼ਨ ਜਿਹੜੀ ਉਹ ਹੋਊਗੀ ਬਾਅਦ ਦੇ ਵਿੱਚ। ਸੋ ਯਾਦ ਰੱਖਿਓ ਜਿਹੜੇ ਡਲੀਨੋ ਬੇਕਰਸਫੀਲਡ ਇਲਾਕੇ ਵਾਲੇ ਪਾਸੇ ਆ ਵੀ ਉਹ ਬੀਬੀ ਨੇ ਚਾਹੇ ਉਹ ਸਾਕਾ ਨਕੋਦਰ ਸੀ, ਚਾਹੇ ਸਿੱਖ ਜੈਨੋਸਾਈਡ ਸੀ, ਚਾਹੇ ਉਹਨਾਂ ਨੇ ਉੱਥੇ ਆਪਣੀ ਯੂਨੀਵਰਸਿਟੀ ਜਿਹੜੀ ਉਹ ਲਿਆਂਦੀ ਆ ਆਪਣੇ ਇਲਾਕੇ ਦੇ ਵਿੱਚ। ਸੋ ਬਹੁਤ ਵੱਡੀਆਂ ਤੇ ਅਹਿਮ ਜਿਹੜੀਆਂ ਉਹ ਚੀਜ਼ਾਂ ਕੀਤੀਆਂ, ਇੱਥੋਂ ਤੱਕ ਕਿ ਆਪਣੀ ਪਾਰਟੀ ਦੇ ਮੂਹਰੇ ਵੀ ਖੜ ਗਈ ਜਦੋਂ ਉਹਨਾਂ ਨੇ
ਟੈਕਸ ਵਧਾਉਣ ਦੀ ਗੱਲ ਆਖੀ ਸੀਗੀ ਗੈਸ ਦੇ ਉੱਤੇ ਵੀ ਭਾਈ ਸਾਡਾ ਤਾਂ ਉਹ ਉਸ ਇਲਾਕੇ ਦਾ ਤੇ ਕਾਰੋਬਾਰ ਹੀ ਉਸਦੇ ਨਾਲ ਸਿੱਧਾ ਸੰਬੰਧਿਤ ਆ ਵੀ ਉੱਥੇ ਜੌਬ ਦੇ ਉੱਤੇ ਤੇ ਸਾਰੀਆਂ ਚੀਜ਼ਾਂ ਦੇ ਉੱਤੇ ਜਿਹੜਾ ਉਹ ਅਸਰ ਪਊਗਾ। ਸੋ ਜਸਮੀਤ ਕੌਰ ਬੈਂਸ ਦੀ ਸਪੋਰਟ ਵੀ ਜਿਹੜੀ ਉਹ ਬਹੁਤ ਜ਼ਰੂਰੀ ਆ। ਤੇ ਐਡਮ ਸ਼ਿਫ ਹੁਣਾਂ ਦੇ ਇਸ ਨੂੰ ਲੈ ਕੇ ਜਿਹੜਾ ਨਾ ਹੁਣ ਜ਼ੋਰ ਲਾਉਣਾ ਪੈਣਾ ਸਾਰਿਆਂ ਨੂੰ। ਜੇ ਚਿੱਠੀ ਕੈਲੀਫੋਰਨੀਆ ਦੇ ਵਿੱਚ ਲਿਖੀ ਗਈ ਆ ਤੇ ਉਹ ਸੈਂਟਰ ਦੇ ਵਿੱਚ ਵੀ ਲਿਖੀ ਜਾਣੀ ਆ, ਉਹ ਫੈਡਰਲ ਦੇ ਵਿੱਚ ਵੀ ਲਿਖੀ ਜਾਣੀ ਆ। ਉਸ ਚੀਜ਼ ਦੇ ਉਲਟ ਵੀ ਇਹ ਜਿਹੜਾ ਬਿੱਲ ਆ ਉਸ ਨੂੰ ਪਾਸ ਨਾ ਕੀਤਾ ਜਾਵੇ, ਕਿਉਂਕਿ ਇਸ ਦੇ ਵਿੱਚ ਭਾਰਤੀ ਰਜੀਮ ਆ ਉਸਦਾ ਚਿਹਰਾ ਜਿਹੜਾ ਆ ਉਹ ਨੰਗਾ ਹੁੰਦਾ ਆ। ਆਲਦੋ ਕੱਲਾ ਫੋਕਸ ਨਹੀਂ ਆ ਇੰਡੀਆ ਦੇ ਉੱਤੇ, ਪਰ ਚੋਰ ਦੀ ਦਾੜੀ 'ਚ ਤਿਨਕੇ ਵਾਲੀ ਜਿਹੜੀ ਗੱਲ ਹੁੰਦੀ ਆ, ਕਿਉਂਕਿ ਭਾਰਤੀ ਕੁਝ ਕਰਦਾ ਹੈ ਤਾਂ ਉਹਨਾਂ ਨੂੰ ਲੱਗਦਾ ਵੀ ਕਿਤੇ ਸਾਨੂੰ ਫੋਕਸ ਕਰਕੇ ਬਣਾਇਆ ਜਾ ਰਿਹਾ ਹੈ। ਉਸ ਬਿੱਲ ਦੇ ਵਿੱਚ ਚੀਨ ਵੀ ਆ, ਰੂਸ ਵੀ ਆ, ਜਿਹੜਾ ਈਰਾਨ ਵਾਲੇ ਵੀ ਆ, ਨਾਰਥ ਕੋਰੀਆ ਵਾਲੇ ਵੀ ਆ, ਚਾਈਨਾ ਵਾਲੇ ਵੀ ਆ ਤੇ ਇੰਡੀਆ ਵੀ ਆ। ਸੋ ਇਹ ਉਸ ਕਤਾਰ ਦੇ ਵਿੱਚ ਆ ਕੇ ਭਾਰਤ ਨੂੰ ਉਹਨਾਂ ਨੇ ਖਿਲਾਰ ਦਿੱਤਾ ਹੈ ਵੀ ਜਿੱਥੋਂ ਦੀ ਸਰਕਾਰ ਆਪਣੇ ਉਲਟ ਬੋਲਣ ਵਾਲੇ ਲੋਕਾਂ ਨੂੰ ਮਾਰਦੀ ਆ, ਮਾਰਨ ਦੀਆਂ ਜਿਹੜੀਆਂ ਉਹ ਸਾਜ਼ਿਸ਼ਾਂ ਰਚਦੀ ਆ ਤੇ ਜਾਂ ਉਹਨਾਂ ਨੂੰ ਡਰਾਉਂਦੀ ਧਮਕਾਉਂਦੀ ਆ, ਪਿੱਛੇ ਉਹਨਾਂ ਦੇ ਪਰਿਵਾਰਾਂ ਨੂੰ ਜਿਹੜੀ ਉਹ ਤੰਗ ਕਰਦੀ ਆ। ਸੋ ਇਹ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੀ ਜਿਹੜੀ ਨਿਸ਼ਾਨੀਆਂ ਆ ਉਹ ਉਸ ਦੇ ਵਿੱਚ ਆ। ਸੋ ਮੇਕ ਸ਼ੋਰ ਕਰੋ ਵੀ ਜਿੰਨੇ ਵੀ ਜਿਹੜੇ ਸਿੱਖ ਸੰਸਥਾਵਾਂ ਨੇ, ਸਿੱਖ ਆਰਗੇਨਾਈਜੇਸ਼ਨ ਨੇ ਜਾਂ ਹਿਊਮਨ ਰਾਈਟ ਜਿਹੜੇ ਪਸੰਦ ਆ, ਮਨੁੱਖੀ ਅਧਿਕਾਰ ਪਸੰਦ ਜਿਹੜੀਆਂ ਸੰਸਥਾਵਾਂ ਨੇ, ਉਹਨਾਂ ਸਾਰਿਆਂ ਨੂੰ ਇਸ ਬਿੱਲ ਦੀ ਜਿਹੜੀ ਹਮਾਇਤ ਕਰਨੀ ਚਾਹੀਦੀ ਆ, ਤਾਂ ਜੋ ਜੇ ਕੋਈ ਬੈਠਾ ਦੂਰ ਬੈਠਾ ਵੀ ਜਿਹੜਾ ਉੱਥੋਂ ਆਪਣੀ ਜਾਨ ਬਚਾ ਕੇ ਜਿਹੜਾ ਮਸਾ ਨਿਕਲਿਆ ਆ ਤੇ ਉਹ ਆ ਕੇ ਜੇ ਉੱਥੇ ਗੱਲ ਕਰਦਾ ਤੇ ਉਹਨੂੰ ਇੱਥੇ ਵੀ ਆ ਕੇ ਆਪਣੀ ਜਾਨ ਦੀ ਜਿਹੜੀ ਆ ਉਹ ਡਰ ਨਾ ਜਿਹੜਾ ਉਸ ਚੀਜ਼ ਦਾ ਰਵੇ। ਅਮਰੀਕਾ ਦੇ ਵਿੱਚ ਫਰੀडम ਆਫ ਐਕਸਪ੍ਰੈਸ਼ਨ, ਫਰੀडम ਆਫ ਸਪੀਚ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਕਾਇਮ ਰਹਿਣ, ਇਸ ਦੇ ਲਈ ਟ੍ਰਾਂਸਨੈਸ਼ਨਲ ਰਿਪਰੈਸ਼ਨ ਵਾਲਾ ਜਿਹੜਾ ਬਿੱਲ ਆ ਉਹ ਪਾਸ ਹੋਣਾ ਜ਼ਰੂਰੀ ਆ। ਇਸੇ ਦੇ ਵਿੱਚ ਹੀ ਜਿਹੜਾ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਜਿਹੜੀ ਮੀਟਿੰਗ ਹੋਈ ਹੈ ਸਿੱਖ ਐਕਟਿਵਿਸਟ ਦੇ ਨਾਲ, ਜਿਹੜੇ ਸਿੱਖ ਅਮਰੀਕਨ ਦੇ ਨਾਲ, ਕਹਿੰਦੇ ਵੀ ਜਿਹੜੇ ਉੱਥੇ ਦੱਸਿਆ ਗਿਆ ਵੀ ਜਿਹੜੇ ਫੈਡਰਲ ਅਧਿਕਾਰੀਆਂ ਨੇ ਸਪਸ਼ਟ ਕੀਤਾ ਸੀਗਾ ਵੀ ਅਮਰੀਕਨ ਲੋਕਾਂ ਦੀ ਰੱਖਿਆ ਸਾਡੇ ਲਈ ਸਭ ਤੋਂ ਜਿਹੜੀ ਪਹਿਲੀ ਆ, ਪ੍ਰਾਇੋਰਟੀ ਆ, ਪ੍ਰਾਥਮਿਕ ਆ ਤੇ ਮਹੱਤਵਤਾ ਆ। ਜਿਹੜੇ ਵੀ ਅਮਰੀਕਾ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਨੇ ਉਹਨਾਂ ਨੂੰ ਬਖਸ਼ਿਆ ਨਹੀਂ ਜਾਊਗਾ। ਅਸੀਂ ਜਾਂਚ ਨੂੰ ਪੂਰੀ ਤਰ੍ਹਾਂ ਅੱਗੇ ਵਧਾ ਕੇ ਦੋਸ਼ੀਆਂ ਖਿਲਾਫ ਕਹਿੰਦੇ ਕਾਨੂੰਨੀ ਕਾਰਵਾਈ ਯਕੀਨੀ ਬਣਾਵਾਂਗੇ। ਇਹ ਜਿਹੜਾ ਉੱਥੇ ਕਹਿੰਦੇ ਵੀ ਯੂਐਸ ਇੰਟੈਲੀਜੈਂਸ ਤੇ ਜਿਹੜੇ ਸੀਨੀਅਰ ਵਾਈਟ ਹਾਊਸ ਅਫੀਸ਼ੀਅਲਸ ਆ ਉਹਨਾਂ ਨੇ ਸਿੱਖ ਜਿਹੜੇ ਅਮਰੀਕਨਸ ਆ ਉਹਨਾਂ ਦੇ ਨਾਲ ਗੱਲਬਾਤ ਕਰਦੇ ਹੋਏ ਜਿਹੜਾ ਉਹ ਆਖਿਆ ਸੀ। ਆਲਰੇਡੀ ਟ੍ਰਾਂਸਨੈਸ਼ਨਲ ਰਿਪਰੈਸ਼ਨ ਨੂੰ ਲੈ ਕੇ ਜਿਹੜੀ FBI ਦੀ ਟਿਪ ਲਾਈਨ ਆ ਉਹ ਜਾਰੀ ਕੀਤੀ ਹੈ, ਜਿਸ ਦੇ ਵਿੱਚ 1-800 ਕਾਲ FBI ਜਾਂ tips.fbi.gov ਦੇ ਉੱਤੇ ਜਾ ਕੇ ਤੁਸੀਂ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਬਾਬਤ ਜਿਹੜੀ ਰਿਪੋਰਟ ਤੁਸੀਂ ਦਰਜ ਕਰਾ ਸਕਦੇ ਆ। ਉਧਰ ਜਿਹੜੇ ਪਹਿਲੇ ਸਿੱਖ ਅਮਰੀਕਨ ਕਾਂਗਰਸਮੈਨ ਦਲੀਪ ਸਿੰਘ ਸੌਂਦ ਸੀ, ਉਹਨਾਂ ਦਾ ਜਿਹੜਾ ਗ੍ਰੈਂਡ ਨੈਫਿਊ ਆ, ਉਹਨੇ ਜਿਹੜਾ ਇੱਕ ਆਰਟੀਕਲ ਜਿਹੜਾ ਆ, ਓਪੀਨੀਅਨ ਆਰਟੀਕਲ ਜਿਹੜਾ ਉਹ ਛਾਪਿਆ, ਜਿਸ ਦੇ ਵਿੱਚ ਉਹਨੇ ਚਿੰਤਾ ਜਤਾਈ ਆ ਭਾਰਤ ਦੀ ਜਿਹੜੀ ਖੂਫੀਆ ਸੰਧੀਆਂ ਰੂਸ ਦੇ ਨਾਲ ਜਿਹੜੀਆਂ ਬਣੀਆਂ ਪਈਆਂ, ਜਿਹੜੀਆਂ ਟ੍ਰਾਂਸਸ਼ਿਪਮੈਂਟਸ ਆ, ਉਸ ਨੂੰ ਜਿਹੜਾ ਉਹ ਲੈ ਕੇ ਕਹਿੰਦੇ ਵੀ ਦਲੀਪ ਸਿੰਘ, ਉਹਨਾਂ ਦਾ ਨਾਮ ਵੀ ਦਲੀਪ ਸਿੰਘ ਹੀ ਆ, ਦਲੀਪ ਸਿੰਘ ਸੌਂਦ ਦੇ ਜਿਹੜੇ ਗ੍ਰੈਂਡ ਨੈਫਿਊ ਆ ਉਸ ਦਾ, ਉਹ ਕਹਿੰਦੇ ਵੀ ਭਾਰਤ ਇਹ ਜਿਹੜੀਆਂ ਸੈਂਕਸ਼ਨਸ ਦੇ ਉਲਟ ਸਪਲਾਈ ਚੇਨ ਨੂੰ ਜਿਹੜਾ ਮੈਨੂਪੂਲੇਟ ਕਰਕੇ ਰੂਸ ਦੀ ਜਿਹੜੀ ਉਹ ਮਦਦ ਕਰ ਰਿਹਾ ਆ, ਇਹ ਇੱਕ ਚਿੰਤਾਜਨਕ ਸਬਬ ਹੈਗਾ। ਕਹਿੰਦੇ ਇਹਨਾਂ ਡਿਸਕਸ਼ਨ ਦੇ ਵਿੱਚ ਇੰਡੀਆ ਦੇ ਨਾਲ ਚੀਨ, ਟਰਕੀ ਤੇ UAE ਜਿਹੜੇ ਇਨਵੋਲਵ ਰਹੇ ਆ, ਜਿਨ੍ਹਾਂ ਦੇ ਥਰੂ ਜਿਹੜੀਆਂ ਟ੍ਰਾਂਸਸ਼ਿਪਮੈਂਟਸ ਆ ਰੂਸ ਤੱਕ ਜਿਹੜੀਆਂ ਉਹ ਪਹੁੰਚਦੀਆਂ ਰਹੀਆਂ ਆ। ਕਹਿੰਦੇ ਵੀ ਚੀਨ ਪਹਿਲਾਂ ਹੀ ਇਹਨਾਂ ਸੈਂਕਸ਼ਨਸ ਦੇ ਉਲਟ ਜਿਹੜਾ ਉਹ ਚੱਲਦਾ ਰਿਹਾ ਤੇ ਭਾਰਤ ਵੀ ਹੁਣ ਉਸੇ ਲਾਈਨ ਦੇ ਵਿੱਚ ਆ ਕੇ ਜਿਹੜਾ ਉਹ ਖੜ ਚੁੱਕਾ ਹੈਗਾ ਆ। ਸੋ ਕਹਿੰਦੇ ਵੀ ਉਹਨੇ ਫਾਈਨਲ ਪੈਰਾਗ੍ਰਾਫ ਦੇ ਵਿੱਚ ਗੱਲਬਾਤ ਦੇ ਵਿੱਚ ਜਿਹੜਾ ਉਹ ਲਿਖਿਆ, ਕਹਿੰਦੇ ਵੀ ਮੈਂ ਆਪਣੇ ਸਾਰੇ ਹੀ ਸਿੱਖ ਭੈਣ ਭਾਈਆਂ ਦੇ ਲਈ ਪ੍ਰੇਮ ਜਿਹੜਾ ਉਹ ਪਹੁੰਚਾਉਣਾ ਚਾਹੁੰਦਾ ਇਸ ਪਲੇਟਫਾਰਮ ਨੂੰ ਯੂਜ਼ ਕਰਦੇ ਹੋਏ, ਖਾਸ ਕਰਕੇ ਉਸ ਕਮਿਊਨਿਟੀ ਦੇ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੂੰ ਇਸ ਟਾਈਮ ਹਰਾਸਮੈਂਟ ਦਾ, ਰੇਸਿਜ਼ਮ ਦਾ, ਵਾਇਲੈਂਸ ਦਾ ਜਿਹੜਾ ਉਹ ਸ਼ਿਕਾਰ ਬਣਾਇਆ ਗਿਆ ਹੈਗਾ ਆ। ਤੇ ਕਹਿੰਦਾ ਮੈਂ ਅੱਜ ਵੀ ਤੇ ਭਲਕੇ ਵੀ ਤਾਂ ਪਹਿਲਾਂ ਤੋਂ ਵੀ ਮੈਂ ਹਮੇਸ਼ਾ ਤੁਹਾਡੇ ਨਾਲ ਹੀ ਖੜਾ ਹੈਗਾ ਆ। ਜੀ ਬਿਲਕੁਲ। ਸੋ ਇਸੇ ਤਰ੍ਹਾਂ ਪ੍ਰਾਈਮ ਮਿਨਿਸਟਰ ਜਿਹੜੇ ਮੋਦੀ ਆ, ਤੁਹਾਨੂੰ ਕਹਿ ਹੋ ਗਿਆ ਸੀ ਚੀਫ ਮਿਨਿਸਟਰ, ਪ੍ਰਾਈਮ ਮਿਨਿਸਟਰ ਮੋਦੀ ਤੀਜੀ ਵਾਰੀ ਪ੍ਰਾਈਮ ਮਿਨਿਸਟਰ ਬਣੇ ਹੈਗੇ ਆ। ਉਹ US ਦੇ ਟੈਕ ਲੀਡਰਸ ਨੂੰ ਮਿਲੇ ਆ, ਜਿਹਦੇ ਵਿੱਚ 15 ਕੰਪਨੀਆਂ ਦੇ CEO ਸੀ। ਗੂਗਲ ਦੇ ਸੁੰਦਰ ਪਿਚਾਈ, ਅਡੋਬੀ ਦੇ ਸ਼ੰਤਾਨੂ ਨਰੈਣ, IBM ਦੇ ਅਰਵਿੰਦ ਕ੍ਰਿਸ਼ਨਾ, ਇਨਵੀਡੀਆ ਦੇ ਜੇਸਨ ਹੁਆਂਗ, ਇਹਨਾਂ ਸਾਰਿਆਂ ਨੂੰ ਮਿਲੇ ਆ। ਤੇ ਇਸ ਤੋਂ ਬਿਨਾਂ ਪ੍ਰਾਈਮ ਮਿਨਿਸਟਰ ਮੋਦੀ ਨੇ ਇੰਡੀਅਨ ਅਮਰੀਕਨ ਦੀ ਇੱਕ ਰੈਲੀ ਨੂੰ ਐਡਰੈਸ ਕੀਤਾ ਨਿਊਯਾਰਕ ਦੇ ਵਿੱਚ। 15,000 ਤੋਂ ਵੱਧ ਲੋਕ ਉੱਥੇ ਪਹੁੰਚੇ ਹੋਏ ਸੀ। ਉਹਨਾਂ ਨੇ ਕਿਹਾ ਵੀ ਤੁਸੀਂ ਇੰਡੀਆ ਦੇ ਬ੍ਰਾਂਡ ਅੰਬੈਸਡਰ ਹੋ।
ਅਨਫੋਰਚੂਨੇਟ ਪਾਰਟ ਇਹ ਆ ਵੀ ਉਹਦੇ 'ਚ ਬਹੁਤ ਸਾਰੇ ਪੱਗਾਂ ਵਾਲੇ ਵੀ ਪਹੁੰਚੇ ਹੋਏ ਸੀ। ਪਰ ਬਹੁਤ ਸਾਰੇ ਜਿਹੜੇ ਅੱਜ ਕੱਲ੍ਹ ਤੁਸੀਂ ਦੇਖਿਆ ਹੋਣਾ ਫੇਸਬੁੱਕ ਦੇ ਉੱਤੇ ਗਾਲੀ ਗਲੋਚ ਜੋ ਚੱਲਦਾ ਆ, ਬਹੁਤ ਸਾਰੇ ਜਿਹੜੇ ਫੇਸਬੁੱਕ ਦੇ ਉੱਤੇ ਫੇਸਬੁੱਕ ਮਿਲੀਟੈਂਟ ਮੈਂ ਤਾਂ ਉਹਨਾਂ ਨੂੰ ਕਹਿੰਦਾ ਹੁੰਦਾ ਬਣੇ ਹੋਏ ਹੈਗੇ ਆ, ਉਹ ਉਹਨਾਂ ਬਾਰੇ ਗੱਲਬਾਤ ਨਹੀਂ ਕਰਨਗੇ। ਇੱਕ ਪਾਸੇ ਤਾਂ ਜੇ ਰਾਹੁਲ ਗਾਂਧੀ ਸਟੇਟਮੈਂਟ ਦੇ ਗਿਆ, ਅਸੀਂ ਐਗਰੀ ਨਹੀਂ ਕਰਦੇ ਰਾਹੁਲ ਗਾਂਧੀ ਦੇ ਸਾਰੇ ਐਕਸ਼ਨਾਂ ਨਾਲ, ਪਰ ਜਿਹੜੀ ਉਹਨੂੰ ਸਟੇਟਮੈਂਟ ਦਿੱਤੀ ਆ ਵੀ ਸਿੱਖਾਂ ਨਾਲ ਧੱਕਾ ਹੁੰਦਾ, ਉਹਦੇ ਨਾਲ ਬਿਲਕੁਲ ਐਗਰੀ ਕਰਦੇ ਆ। SGPC ਨੇ ਵੀ ਇਹ ਕਿਹਾ। ਉੜੀਸਾ ਦੇ ਵਿੱਚ ਇੱਕ ਸਿੱਖ ਜਿਹੜਾ ਆਰਮੀ ਅਫਸਰ ਵਾਲਾ ਆਰਮੀ ਆ ਆਫੀਸਰ ਤੇ ਉਹ ਉਹਦੀ ਨਾਲ ਘਰ ਵਾਲੀ ਸੀ। ਘਰ ਵਾਲੀ ਦੇ ਕੱਪੜੇ ਉਤਾਰ ਕੇ ਉਹਨਾਂ ਨੂੰ ਜਲੀਲ ਕੀਤਾ ਗਿਆ। ਤੁਸੀਂ ਦੇਖੋ ਸੋ ਉਹ ਚੀਜ਼ ਸਾਹਮਣੇ ਆਈ, ਸਪਸ਼ਟ ਆ ਗਈ, ਉਹ ਸਟੇਟਮੈਂਟ ਟਰੂ ਹੁੰਦੀ ਨਜ਼ਰ ਆਈ ਆ ਵੀ ਉੱਥੇ ਸਿੱਖਾਂ ਦੀਆਂ ਪੱਗਾਂ ਲੈ ਰਹੀਆਂ ਜੀ। ਸੋ ਇੱਥੇ ਜਿਹੜੇ ਸਿੱਖ ਆ ਜਿਨ੍ਹਾਂ ਦੇ ਵਿੱਚ ਮੈਂ ਬਹੁਤਿਆਂ ਨੂੰ ਪਛਾਣ ਨਹੀਂ ਸਕਿਆ, ਮੈਂ ਸਾਰੀ ਉਹ ਵੀਡੀਓ ਦੇਖੀ ਆ। ਉਹਨਾਂ 'ਚ ਦਰਸ਼ਨ ਸਿੰਘ ਢਾਲੀਵਾਲ ਮਿਲਵਾਕੀ ਤੋਂ ਆ ਜਿਹੜੇ ਉਹ ਪਹੁੰਚੇ ਹੋਇਆ, ਪਰ ਉਹਨਾਂ ਦੇ ਉਲਟ ਕੋਈ ਬੋਲੂਗਾ ਨਹੀਂ, ਕਿਉਂਕਿ ਸਾਨੂੰ ਪਤਾ ਆ ਵੀ ਜੇ ਫੇਸਬੁੱਕ ਤੇ ਬੋਲੇ ਤੁਹਾਡਾ ਵੀਜ਼ਾ ਕੈਂਸਲ ਹੋ ਜਾਣਾ, ਜਾਂ ਕੋਈ ਮੀਡੀਆ ਵਾਲੇ ਆ ਤੁਹਾਡੇ ਚੈਨਲ ਉੱਥੇ ਬੰਦ ਹੋ ਜਾਣੇ ਆ। ਉੱਥੇ ਤੁਸੀਂ ਬੋਲਦੇ ਨਹੀਂ ਹੈ, ਮਾੜੇ ਮਾੜੇ ਇਸ਼ੂਆਂ ਦੇ ਉੱਤੇ ਜਿਹੜਾ ਆ ਇੰਨਾ ਰੌਲਾ ਜਿਹੜਾ ਪਾਉਂਦੇ ਰਹਿੰਦੇ ਹੈਗੇ ਆ। ਸੋ ਸਾਨੂੰ ਉਹ ਸਾਰੇ ਬੰਦਿਆਂ ਨੂੰ ਐਕਸਪੋਜ਼ ਕਰਨਾ ਚਾਹੀਦਾ ਹੈਗਾ, ਕਿਹੜੇ ਬੰਦੇ ਜਿਹੜੇ ਆ ਉਹ ਸਿੱਖ ਕੌਮ ਦੇ ਹੱਕ ਦੇ ਵਿੱਚ ਖੜੇ ਆ, ਕਿਹੜੇ ਬੰਦੇ ਜਿਹੜੇ ਆ ਤੁਹਾਡੀ ਹੀ ਕੌਮ ਦੇ ਤੁਹਾਡੇ ਉਲਟ ਜਿਹੜੇ ਖੜੇ ਹੈਗੇ ਆ। ਸੋ ਉਹਨਾਂ 'ਚ ਉਹ ਲੋਕ ਹੁੰਦੇ ਆ ਜਿਹੜੇ ਪਹਿਲਾਂ ਉਹੀ ਬੰਦਿਆਂ ਦੀ ਸਪੋਰਟ ਕਰ ਰਹੇ ਹੁੰਦੇ ਆ, ਫਿਰ ਅਚਨਚੇਤੇ ਉਹ ਬਾਅਦ ਦੇ ਵਿੱਚ ਵਿਰੋਧਤਾ ਕਰਨ ਲੱਗ ਜਾਂਦੇ ਆ। ਸੋ ਇਹ ਪਤਾ ਨਹੀਂ ਲੱਗਦਾ ਕਦੋਂ ਕਿਹੜੇ ਪਾਸੇ ਕੀ ਜਿਹੜਾ ਹੋ ਜਾਂਦੇ, ਉਹਨਾਂ ਲੋਕਾਂ ਤੋਂ ਵੀ ਜਿਹੜਾ ਬਚ ਕੇ ਜਿਹੜੇ ਚੱਲਣ ਦੀ ਲੋੜ ਜੀ। 15,000 ਤੋਂ ਵੱਧ ਲੋਕ ਉੱਥੇ ਪਹੁੰਚੇ ਹੋਏ ਸੀ, 42 ਸਟੇਟਾਂ ਤੋਂ ਪਹੁੰਚੇ ਹੋਏ ਸੀ, ਜਿਨ੍ਹਾਂ 'ਚ ਸਾਰੇ ਹੀ ਸਟੇਟਾਂ ਦੇ ਜਿਹੜੇ ਲੋਕ ਆ ਉਹ ਮੋਦੀ ਦਾ ਜਿਹੜਾ ਸਵਾਗਤ ਕਰਨ ਦੇ ਲਈ ਪਹੁੰਚੇ ਹੋਏ ਸੀ। ਪਰ ਉਹਨਾਂ ਵੀਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਵੱਡੀ ਗਿਣਤੀ 'ਚ ਜਾ ਕੇ ਪ੍ਰੋਟੈਸਟ ਕੀਤਾ ਹੈਗਾ। ਉਹਨਾਂ 'ਚ ਸਿੱਖ ਮੈਜੋਰਟੀ ਸੀ, ਕਸ਼ਮੀਰੀ ਵੀ ਸੀਗੇ, ਹੋਰ ਆਦਿਵਾਸੀਆਂ ਦੇ ਵਿੱਚੋਂ ਵੀ ਸੀਗੇ, ਜਿਨ੍ਹਾਂ ਦੇ ਨਾਲ ਧੱਕਾ ਹੋ ਰਿਹਾ ਹੈਗਾ ਇੰਡੀਆ ਦੇ ਵਿੱਚ। ਸੋ ਜਦੋਂ ਇੱਦਾਂ ਦਾ ਇਸ਼ੂ ਹੁੰਦਾ ਉੱਥੇ ਕੌਮ ਨੂੰ ਇਕੱਠੇ ਹੋਣ ਦਾ ਜਿਹੜਾ ਫਰਜ਼ ਬਣਦਾ ਹੈਗਾ ਆ, ਨਾ ਕਿ ਜਿਹੜਾ ਆ ਵੀ ਆਪਾਂ ਮਾੜੇ ਮਾੜੇ ਇਸ਼ੂ ਦੇ ਉੱਤੇ ਜਿਹੜਾ ਆ ਰੌਲਾ ਪਾਉਂਦੇ ਰਹੀਏ। ਜੀ, ਇੱਕ ਬ੍ਰੇਕ ਲੈਣੇ ਆ, ਬ੍ਰੇਕ ਤੋਂ ਬਾਅਦ ਮੁੜਦੇ ਹਾਂ ਵਾਪਸ। ਖਬਰਾਂ ਦਾ ਸਿਲਸਿਲਾ ਅਪਡੇਟ ਅਮਰੀਕਾ ਦੇ ਵਿੱਚ ਇਦਾਂ ਹੀ ਜਾਰੀ ਰਹੇ।
ब्रेक के बाद एक बार फिर आप सबका स्वागत है। सो तो प्रोग्राम चल रहा है जी इस टाइम अपडेट अमेरिका। मैं राजकनवीर सिंह जुड़े हुए ने मेरे नाल इस टाइम हरजोत सिंह खालसा। हरजोत सिंह जी जी आयन एक बार फिर स्वागत है। सत श्री अकाल जी। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀਆਂ ਜਿਹੜੀਆਂ ਹਰਜੋਤ ਸਿੰਘ ਜੀ ਨਿਊਜ਼ ਉਸ ਦੇ ਵੱਲ ਵੱਧਦੇ ਜਾਈਏ। ਹਾਊਸ ਦੇ ਵਿੱਚ ਅੱਜ ਕਹਿੰਦੇ ਵੀ ਇੱਕ ਨਵੇਂ ਫੰਡਿੰਗ ਬਿੱਲ ਆ ਉਸ ਨੂੰ ਲੈ ਕੇ ਜਿਹੜੀ ਚਰਚਾ ਹੋਣੀ ਆ। ਬੀਤੇ ਦਿਨਾਂ ਦੇ ਵਿੱਚ ਇੱਕ ਜਿਹੜਾ ਸਟਾਪ ਗੈਪ ਬਿੱਲ ਸੀਗਾ ਵੀ ਸਰਕਾਰ ਜਿਹੜੀ ਉਹ ਚੱਲਦੀ ਰਵੇ, ਉਹ ਬਿੱਲ ਜਿਹੜਾ ਉਹ ਫੇਲ ਹੋ ਗਿਆ ਸੀ, ਵੋਟ ਦੇ ਵਿੱਚ ਰਹਿ ਗਿਆ ਸੀ। ਤੇ ਹੁਣ ਜਿਹੜੇ ਸਪੀਕਰ ਜੌਨਸਨ ਨੇ ਉਹਨਾਂ ਉੱਤੇ ਖਾਸਾ ਜਿਹੜਾ ਉਹ ਦਬਾਅ ਹੈਗਾ ਆ। ਟਰੰਪ ਹੁਣੀ ਦਬਾਅ ਪਾ ਰਹੇ ਆ ਰਿਪਬਲਿਕਨਸ ਦੇ ਉੱਤੇ ਵੀ ਉਹ ਜਿਹੜਾ ਸਿਟੀਜ਼ਨਸ਼ਿਪ ਵੋਟਿੰਗ ਬਿੱਲ ਆ ਉਸ ਨੂੰ ਪਾਸ ਕਰਵਾਉਣ। ਜੇ ਨਹੀਂ ਹੁੰਦਾ ਤਾਂ ਸ਼ਟਡਾਊਨ ਜਿਹੜੀ ਉਹ ਸਰਕਾਰ ਆ ਉਹ ਹੋਣ ਦੇਵੇ। ਇਲੈਕਸ਼ਨਾਂ ਤੋਂ ਪਹਿਲਾਂ ਇਦਾਂ ਦਾ ਰਿਸਕ ਲੈਣ ਦੇ ਵਿੱਚ ਕੀ ਰਿਪਬਲਿਕਨਸ ਰੈਡੀ ਨੇ, ਇਹ ਜਿਹੜੀ ਉਹ ਦੇਖਣ ਵਾਲੀ ਗੱਲ ਹੋਊਗੀ ਜਾਂ ਇਸ ਨੂੰ ਕਿਸ ਤਰੀਕੇ ਨਾਲ ਟਰਨ ਕਰਕੇ ਵੋਟਰ ਸਾਹਮਣੇ ਜਿਹੜਾ ਉਹ ਪੇਸ਼ ਕਰਨਗੇ। 3 ਮਹੀਨੇ ਦਾ ਜਿਹੜਾ ਸਟਾਪ ਗੈਪ ਫੰਡਿੰਗ ਬਿੱਲ ਆ ਉਸ ਦੇ ਉੱਤੇ ਕਹਿੰਦੇ ਵੀ ਇਸ ਹਫਤੇ ਦੇ ਵਿੱਚ ਵੋਟ ਜਿਹੜੀ ਉਹ ਕਰਵਾਈ ਜਾ ਸਕਦੀ ਹੈਗੀ ਆ। ਜਿਹੜੇ ਟਰੰਪ ਹੁਣਾਂ ਨੂੰ ਡਿਫਾਈ ਕਰਦੇ ਹੋਏ ਸਪੀਕਰ ਜਿਹੜੇ ਜੌਨਸਨ ਲੂਜ਼ੀਆਨਾ ਤੋਂ ਨੇ, ਉਹਨਾਂ ਨੇ ਕਿਹਾ ਵੀ ਉਹਨਾਂ ਨੇ ਡੀਲ ਬਣਾਈ ਆ ਵਾਈਟ ਹਾਊਸ ਦੇ ਨਾਲ, ਟੌਪ ਡੈਮੋਕ੍ਰੇਟਸ ਦੇ ਨਾਲ, ਜਿਸ ਦੇ ਨਾਲ ਜਿਹੜੀ ਸਰਕਾਰ ਦੀ ਫੰਡਿੰਗ ਆ ਜਿਹੜੀ ਉਹ ਚੱਲਦੀ ਰਹੂਗੀ ਘੱਟੋ ਘੱਟ 20 ਦਸੰਬਰ ਤੱਕ। ਪਰ ਜਿਹੜੇ ਸਾਬਕਾ ਰਾਸ਼ਟਰਪਤੀ ਹੁਣਾਂ ਦੀ ਜਿਹੜੀ ਡਿਮਾਂਡ ਆ ਟਰੰਪ ਹੁਣਾਂ ਦੀ, ਉਸ ਨੂੰ ਲਾਂਭੇ ਜਿਹੜਾ ਉਹ ਕੀਤਾ ਜਾਊਗਾ। ਸੋ ਹਾਊਸ ਦੀ ਅਡਜਰਨਮੈਂਟ ਹੋਈ ਸੀਗੀ ਬੀਤੇ ਸ਼ੁੱਕਰਵਾਰ ਨੂੰ, ਜਿੱਥੇ ਜੌਨਸਨ ਹੋਣਾ ਨੇ ਇਹ ਨਹੀਂ ਕਿਹਾ ਵੀ ਕੀ ਉਹ ਟਰੰਪ ਹੋਣਾ ਦੇ ਕਹਿਣ ਦੇ ਉੱਤੇ ਜਿਹੜੀ ਫੰਡਿੰਗ ਫਾਈਟ ਆ ਉਸ ਨੂੰ ਕਿਸ ਪਾਸੇ ਵੱਲ ਨੂੰ ਲੈ ਕੇ ਜਾਣਗੇ, ਪਰ ਉਹਨਾਂ ਨੇ ਕਿਹਾ ਵੀ ਉਹ ਓਕੇ ਨੇ ਇਸ ਜਿਹੜੇ ਪੈਕੇਜ ਆ ਉਸ ਨੂੰ ਅੱਗੇ ਲੈ ਕੇ ਆਉਣ ਦੇ ਲਈ। ਟਰੰਪ ਤੇ ਜੌਨਸਨ ਹੋਣਾ ਨੇ ਜਿਹੜੇ ਪਿਛਲੇ ਹਫਤੇ 3 ਘੰਟੇ ਮੁਲਾਕਾਤ ਕੀਤੀ ਸੀ ਮਾਰ-ਆ-ਲਾਗੋ ਦੇ ਵਿੱਚ। ਉਸ ਟਾਈਮ ਦੇ ਉੱਤੇ ਜਦੋਂ ਟਰੰਪ ਹੋਣਾ ਦੇ ਉੱਤੇ ਦੂਜੀ ਵਾਰ ਜਿਹੜਾ ਅਸੈਸੀਨੇਸ਼ਨ ਅਟੈਂਪਟ ਕਰਨ ਦੀ ਜਿਹੜੀ ਉਹ ਕੋਸ਼ਿਸ਼ ਆ ਉਹ ਹੋਈ ਸੀਗੀ। ਸੋ ਹੁਣ ਫੈਡਰਲ ਸਰਕਾਰ ਦੀ ਸ਼ਟਡਾਊਨ ਹੋ ਜਾਊਗਾ ਜੇ ਕੋਈ ਵੀ ਬਿੱਲ ਨਾ ਪਾਸ ਹੋਇਆ 1 ਅਕਤੂਬਰ ਨੂੰ ਤੜਕੇ ਸਵੇਰੇ 12:01 ਦੇ ਉੱਤੇ। ਕਾਂਗਰਸ ਉਸ ਤੋਂ ਪਹਿਲਾਂ ਸ਼ਾਰਟ ਟਰਮ ਫੰਡਿੰਗ ਬਿੱਲ ਜਿਹੜਾ ਉਹ ਪਾਸ ਕਰ ਦਊਗੀ। ਜਿਹੜਾ ਇਹ ਫੰਡਿੰਗ ਦੀ ਸਰਕਸ ਆ ਹਰ ਸਾਲ ਆਪਾਂ ਨੂੰ ਜਿਹੜੀ ਉਹ ਦੇਖਣ ਨੂੰ ਮਿਲਦੀ ਆ। ਪਹਿਲੋਂ ਜਿੱਥੇ ਇੱਕ ਜਣਾ ਉਹ ਕਹਿੰਦੇ ਆ ਵੀ ਸਾਨੂੰ ਆਹ ਚੀਜ਼ਾਂ ਚਾਹੀਦੀਆਂ, ਫਿਰ ਉਹ ਫੇਲ ਹੁੰਦਾ ਆ, ਫਿਰ ਉਹ ਦੂਜੇ ਦੇ ਨਾਲ ਸਮਝੌਤਾ ਕਰਦੇ ਆ, ਫਿਰ ਫੇਲ ਹੁੰਦਾ ਆ, ਫਿਰ ਅਖੀਰ ਦੇ ਵਿੱਚ ਜਾ ਕੇ ਕੁਝ ਮਿੰਟ ਪਹਿਲਾਂ ਜਾਂ ਕੁਝ ਘੰਟੇ ਪਹਿਲਾਂ ਜਾ ਕੇ ਇਵੈਂਚੁਅਲੀ ਜਿਹੜਾ ਉਸ ਨੂੰ ਪਾਸ ਕਰ ਦਿੰਦੇ ਆ। ਇਸ ਵਾਰ ਇਹ ਦੇਖਣਾ ਹੋਊਗਾ ਵੀ ਇਹ ਕੌਣ ਇੱਕ ਦੂਜੇ ਦੀ ਜਿਹੜੀ ਬਾਂਹ ਜ਼ਿਆਦਾ ਮਰੋੜਨ ਦੇ ਵਿੱਚ ਜਿਹੜਾ ਉਹ ਰਹਿੰਦਾ ਆ। ਸੋ ਸੇਵ ਐਕਟ ਨੂੰ ਲੈ ਕੇ ਜਿਹੜੇ ਰਿਪਬਲਿਕਨਸ, ਖਾਸ ਕਰਕੇ ਜਿਹੜੇ ਟਰੰਪ ਆ, ਉਹ ਰਿਪਬਲਿਕਨਸ ਦੇ ਉੱਤੇ ਦਬਾਅ ਪਾ ਰਹੇ ਆ ਵੀ ਜੇ ਉਹ ਨਹੀਂ ਹੁੰਦਾ ਤਾਂ ਉਸ ਨੂੰ ਜਿਹੜਾ ਉਹ ਪਾਸ ਨਾ ਕਰਵਾਇਆ ਜਾਵੇ। ਉਹ ਜ਼ਿਕਰਯੋਗ ਗੱਲ ਆ ਵੀ ਅਮਰੀਕਾ ਦੇ ਵਿੱਚ ਆਲਰੇਡੀ ਇਹ ਕਾਨੂੰਨ ਹੈਗਾ ਆ, ਯੂਐਸ ਦਾ ਜਿਹੜਾ ਸਿਟੀਜ਼ਨ ਹੀ ਜਿਹੜਾ ਉਹ ਵੋਟ ਪਾ ਸਕਦਾ ਆ। ਕਿ ਮੁੜ ਦੁਬਾਰਾ ਪਾਸ ਹੋਏ ਕਾਨੂੰਨ ਦੇ ਉੱਤੇ ਉਸੇ ਕਾਨੂੰਨ ਨੂੰ ਪਾਸ ਕਰਾ ਕੇ ਕੀ ਪ੍ਰਾਪਤ ਕਰਨਾ ਚਾਹੁੰਦੇ ਆ, ਇਹ ਜਿਹੜਾ ਸਵਾਲ ਹੈ ਡੈਮੋਕ੍ਰੇਟਸ ਬਾਰ-ਬਾਰ ਉਹਨਾਂ ਨੂੰ ਪੁੱਛ ਕਰ ਰਹੇ ਆ। ਸੋ ਹੁਣ ਦੇਖੋ ਕੀ ਬਣਦਾ। ਪਰ ਇਹ ਜਿਹੜਾ ਹੁਣ ਫਾਈਟ ਹੈ ਇੱਕ ਵਾਰੀ ਫਿਰ ਸਰਕਾਰ ਨੂੰ ਚੱਲਦੇ ਰੱਖਣ ਦੀ, ਉਹ ਅਗਲੇ ਕੁਝ ਹਫ਼ਤੇ, ਅਗਲੇ ਕੁਝ ਦਿਨ ਆਪਾਂ ਨੂੰ ਇਦਾਂ ਹੀ ਸੁਣਨ ਦੇਖਣ ਨੂੰ ਮਿਲੇ। ਅਗਲੀ ਖਬਰ ਵੱਲ ਚੱਲੀਏ ਤੇ ਫਲੋਰੀਡਾ ਦੇ ਵਿੱਚ ਹਰੀਕੇਨ ਅਲਰਟ ਜਾਰੀ ਕੀਤਾ ਗਿਆ, ਜਿਹੜਾ ਪੋਟੈਂਸ਼ੀਅਲ ਕਹਿੰਦੇ ਟ੍ਰੋਪੀਕਲ ਸਾਈਕਲੋਨ 9 ਉਹ ਆ ਰਿਹਾ ਆ ਕੈਰੇਬੀਅਨ ਦੇ ਵਿੱਚ ਅਹੈਡ ਆਫ ਹੈਲੇਨ। ਸੋ ਅੱਜ ਕੱਲ ਹਰੀਕੇਨ ਦਾ ਸੀਜ਼ਨ ਆ ਉਹਨਾਂ ਏਰੀਏ ਦੇ ਵਿੱਚ, ਤੇ ਮਿਲੀਅਨਸ ਆਫ ਪੀਪਲ ਕਹਿੰਦੇ ਵੀ ਲੂਜ਼ੀਆਨਾ ਤੋਂ ਲੈ ਕੇ ਫਲੋਰੀਡਾ ਤੱਕ ਉਹ ਇਸ ਜੋ ਟ੍ਰੋਪੀਕਲ ਸਾਈਕਲੋਨ 9 ਆ ਇਹਦੇ ਉੱਤੇ ਆਪਣੀ ਨਜ਼ਰ ਰੱਖ ਰਹੇ ਹੈਗੇ ਆ। ਇਹਦੇ ਨਾਲ ਕਾਫੀ ਜ਼ਿਆਦਾ ਜਿਹੜਾ ਨੁਕਸਾਨ ਹੋ ਸਕਦਾ ਹੈਗਾ ਆ ਪ੍ਰੋਪਰਟੀ ਦਾ, ਤੇ ਜਾਨੀ ਨੁਕਸਾਨ ਤੋਂ ਤਾਂ ਅਲਰਟ ਸਾਰਿਆਂ ਨੂੰ ਕੀਤਾ ਗਿਆ ਹੈਗਾ। ਕਹਿੰਦੇ ਭਈ 39+ ਮਾਈਲਸ ਪਰ ਆਵਰ ਦੇ ਹਿਸਾਬ ਨਾਲ ਵਿੰਡਸ ਚੱਲ ਰਹੀਆਂ ਪਿਛਲੇ 48 ਘੰਟਿਆਂ ਤੋਂ, ਜੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੀ ਸਪੀਡ ਹੋਰ ਵੱਧ ਜਾਊਗੀ। ਨੈਸ਼ਨਲ ਹਰੀਕੇਨ ਸੈਂਟਰ ਵੱਲੋਂ ਇਹ ਜਿਹੜੀ ਆ ਸਟੇਟਮੈਂਟ ਜਾਰੀ ਕੀਤੀ ਗਈ ਆ। ਕਹਿੰਦੇ ਭਈ ਪੋਟੈਂਸ਼ੀਅਲ ਹੈਗਾ ਡੇਂਜਰਸ ਤੇ ਲਾਈਫ ਥ੍ਰੈਟਨਿੰਗ ਸਟਾਰਮ ਸਰਜ ਦਾ। ਸੋ ਇਹ ਫਲੋਰੀਡਾ ਦੇ ਵੈਸਟ ਕੋਸਟ ਜਿਹੜਾ ਆ ਉੱਥੇ ਹਿੱਟ ਕਰਨ ਜਾ ਰਿਹਾ ਹੈਗਾ। ਸੋ ਜਿਹੜੇ ਲੋਕ ਇਸ ਏਰੀਏ ਦੇ ਵਿੱਚ ਆਉਂਦੇ ਆ ਉਹਨਾਂ ਨੂੰ ਪ੍ਰਪੇਅਰ ਹੋਣ ਦੇ ਲਈ ਕਿਹਾ ਗਿਆ ਹੈ ਵੀ ਆਪਣਾ ਫੂਡ ਵਗੈਰਾ ਤਿਆਰ ਰੱਖੋ, ਆਪਣੀ ਜਿਹੜੀਆਂ ਵਿੰਡੋਜ਼ ਆ ਉਹਨਾਂ ਦੇ ਉੱਤੇ ਪਲਾਈਵੁੱਡ ਵਗੈਰਾ ਲਾ ਕੇ ਰੱਖੋ,
ਜਿੱਥੇ ਜ਼ਿਆਦਾ ਨੁਕਸਾਨ ਹੋਣ ਦੇ ਚਾਂਸ ਆ ਉੱਥੇ ਲੋਕਾਂ ਨੂੰ ਮੂਵ ਹੋਣ ਦੇ ਲਈ ਵੀ ਕਿਹਾ ਗਿਆ ਹੈਗਾ। ਲਿਓਨ ਕਾਉਂਟੀ ਜਿਹੜੀ ਆ ਉਹ ਲਗਾਤਾਰ ਇਸ ਜੋ ਹਰੀਕੇਨ ਆ ਉਸ ਨੂੰ ਮੋਨੀਟਰ ਕਰ ਰਹੀ ਆ। ਨੈਸ਼ਨਲ ਵੈਦਰ ਸਰਵਿਸ ਦੇ ਮੁਤਾਬਕ ਬਹੁਤ ਜ਼ਿਆਦਾ ਮੀਂਹ ਜਿਹੜਾ ਆ ਲਿਓਨ ਕਾਉਂਟੀ ਦੇ ਏਰੀਏ ਦੇ ਵਿੱਚ ਪੈਣ ਜਾ ਰਿਹਾ ਹੈਗਾ, ਜਿਹਦੇ ਨਾਲ ਫਲੱਡਿੰਗ ਦਾ ਵੀ ਨੁਕਸਾਨ ਹੋਊਗਾ। ਇਸੇ ਤਰ੍ਹਾਂ ਸਿਟੀ ਆਫ ਟੈਲਹਾਸੀ ਜੋ ਆ ਉਹ ਵੀ ਪੂਰੀ ਤਰ੍ਹਾਂ ਜਿਹੜੀ ਤਿਆਰੀ ਕਰ ਰਹੀ ਆ ਵੀ ਜੇ ਉੱਥੇ ਫਲੱਡ ਵਗੈਰਾ ਆਉਂਦੇ ਆ ਕਿਸ ਤਰ੍ਹਾਂ ਲੋਕਾਂ ਨੂੰ ਮੂਵ ਕੀਤਾ ਜਾਊਗਾ, ਕਿਹੜੀਆਂ ਸਟਰੀਟਸ ਉਹ ਇਸ ਫਲੱਡ ਦੇ ਨਾਲ ਅਫੈਕਟਡ ਹੋਣਗੀਆਂ। ਯੂਟਿਲਿਟੀ ਦਾ ਜਿਹੜੇ ਕ੍ਰਿਊ ਆ ਉਹਨਾਂ ਨੂੰ ਆਲਰੇਡੀ ਡਿਪਲੋਏ ਕਰ ਦਿੱਤਾ ਗਿਆ ਆ ਵੀ ਜੇ ਐਕਸਟਰਾ ਸਟਾਫ ਚਾਹੀਦਾ ਹੋਇਆ, ਯੂਟਿਲਿਟੀ ਸਰਵਿਸਿਜ਼ ਡਾਊਨ ਹੁੰਦੀਆਂ ਹੈਗੀਆਂ, ਉਹਨਾਂ ਨੂੰ ਕਿਸ ਤਰ੍ਹਾਂ ਜਿਹੜਾ ਅਪ ਕਰਨਾ ਹੈਗਾ ਆ। ਸੋ ਇਸ ਏਰੀਏ ਦੇ ਵਿੱਚ ਸਾਈਕਲੋਨ 9 ਜਿਹੜਾ ਆ ਉਹ ਬਹੁਤ ਜਲਦੀ ਪਹੁੰਚ ਰਿਹਾ ਹੈ ਜੀ। ਅਗਲੀ ਜਿਹੜੀ ਅਸੀਂ ਗੱਲ ਕਰੀਏ ਜਿਹੜਾ ਦੂਸਰਾ ਅਸੈਸੀਨੇਸ਼ਨ ਅਟੈਂਪਟ ਦੇ ਬਾਰੇ ਆਪਾਂ ਨੂੰ ਜਿਹੜਾ ਪਤਾ ਲੱਗ ਰਿਹਾ ਹੈ ਸਾਬਕਾ ਰਾਸ਼ਟਰਪਤੀ ਟਰੰਪ ਹੋਣਾ ਦੇ ਉਲਟ, ਇੱਕ ਤਾਂ ਵਰੀ ਤਾਂ ਗੋਲੀ ਜਿਹੜੀ ਚੱਲ ਗਈ ਸੀ ਕੰਨ ਨੂੰ ਛੂ ਕੇ ਜਿਹੜੀ ਉਹ ਨਿਕਲ ਗਈ ਸੀ, ਬਾਲ-ਬਾਲ ਬਚਾ ਹੋਇਆ ਸੀ। ਦੂਜੀ ਵਾਰ ਇੱਕ ਹੋਰ ਰਾਇਨ ਵੀਜ਼ਲੀ ਨਾਂ ਦਾ ਜਿਹੜਾ ਬੰਦਾ ਆ ਉਹ ਫਲੋਰੀਡਾ ਦੇ ਵਿੱਚ ਇਹਨਾਂ ਦੇ ਜਿਹੜਾ ਗੋਲਫ ਕੋਰਸ ਆ ਉਸਦੇ ਨਜ਼ਦੀਕ ਗ੍ਰਿਫਤਾਰ ਕੀਤਾ ਗਿਆ ਸੀ। ਹੁਣ ਉਸਦੀ ਇੱਕ ਚਿੱਠੀ ਜਿਹੜੀ ਉਹ ਸਾਹਮਣੇ ਆਈ ਆ ਜਿਸ ਦੇ ਵਿੱਚ ਉਸਨੇ ਸੰਬੋਧਨ ਕੀਤਾ ਆ ਦੁਨੀਆ ਨੂੰ ਡੀਅਰ ਵਰਲਡ ਜਿਹੜਾ ਉਹ ਕਰਕੇ। ਉਸਨੇ ਇਸ ਦੇ ਵਿੱਚ ਲਿਖਿਆ ਵੀ ਦਿਸ ਵਾਸ ਏ ਅਸੈਸੀਨੇਸ਼ਨ ਅਟੈਂਪਟ ਔਨ ਡੋਨਲਡ ਟਰੰਪ ਬਟ ਆਈ ਫੇਲਡ ਯੂ, ਆਈ ਟ੍ਰਾਈਡ ਮਾਈ ਬੈਸਟ, gave it all the gumption I could muster. It is up to you to now finish the job. I will offer $150,000 to whoever can complete the job. So basically ਇਹਨੇ ਦੁਨੀਆ ਨੂੰ ਸੰਬੋਧਨ ਕਰਕੇ ਹੋਏ ਰਾਇਨ ਵੇਸਲੀ ਨੇ ਇਸ ਦੇ ਵਿੱਚ ਕਿਹਾ ਵੀ ਇਹ ਅਸੈਸੀਨੇਸ਼ਨ ਅਟੈਂਪਟ ਸੀ, ਮਾਰਨ ਦੀ ਇਹ ਕੋਸ਼ਿਸ਼ ਸੀ ਤੇ ਪਰ ਮੈਂ ਫੇਲ ਹੋ ਗਿਆ ਆ। ਮੈਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ, ਜਿੰਨੀ ਵੀ ਹਿੰਮਤ ਸੀ ਉਹ ਜਟਾ ਕੇ ਕੀਤਾ ਤੇ ਹੁਣ ਤੁਹਾਡੇ ਤੇ ਕਹਿੰਦਾ ਆ ਇਹ ਜ਼ਿੰਮੇਵਾਰੀ ਆ ਵੀ ਇਸ ਨੂੰ ਤੁਸੀਂ ਕੰਪਲੀਟ ਕਰੋ ਤੇ $1.5 ਲੱਖ ਕਹਿੰਦਾ ਮੈਂ ਦਊਂਗਾ ਜੋ ਵੀ ਇਹ ਕਰੂੰਗਾ। ਇਹ ਲੈਟਰ ਦੇ ਵਿੱਚ ਇਨ ਬਿਨ ਜੋ ਉਸਨੇ ਲਿਖਿਆ ਉਹ ਆਪਾਂ ਸ਼ੇਅਰ ਕੀਤਾ। ਅਸੀਂ ਕਿਸੇ ਨੂੰ ਨਹੀਂ ਕਹਿ ਰਹੇ ਵੀ ਤੁਸੀਂ ਆਹ ਚੀਜ਼ ਜਿਹੜੀ ਉਹ ਕਰੋ, ਪਰ ਕਹਿੰਦੇ ਵੀ ਜਿਹੜੇ ਵਿਟਨੈਸ ਆ ਉਹਨਾਂ ਨੇ ਇਨਵੈਸਟੀਗੇਟਰ ਜਾਂਚਕਰਤਾ ਨੂੰ ਜਿਹੜਾ ਦੱਸਿਆ ਵੀ ਰਾਇਨ ਵੀਸਲੀ ਰਾਊਥ ਉਹਨੇ ਇੱਕ ਆਪਣਾ ਬਾਕਸ ਘਰੇ ਡ੍ਰੌਪ ਕੀਤਾ ਸੀ ਕੁਝ ਮਹੀਨੇ ਪਹਿਲਾਂ, ਜਿਸ ਦੇ ਵਿੱਚ ਐਮੂਨੇਸ਼ਨ, ਮੈਟਲ ਪਾਈਪ ਤੇ ਹੋਰ ਬਿਲਡਿੰਗ ਮਟੀਰੀਅਲ ਟੂਲ ਸੀਗੇ, 4 ਫੋਨ ਸੀਗੇ ਤੇ ਕਈ ਚਿੱਠੀਆਂ ਜਿਹੜੀਆਂ ਉਸ ਦੇ ਵਿੱਚੋਂ ਲੱਭੀਆਂ ਸੀ। 58 ਸਾਲਾ ਰਾਊਥ ਕਹਿੰਦਾ ਵੀ ਘਾਤ ਲਾ ਕੇ ਰਾਈਫਲ ਦੇ ਨਾਲ ਰੁੱਖ ਦੇ ਉੱਤੇ ਚੜਿਆ ਬੈਠਾ ਸੀਗਾ ਵੀ ਜਿੱਥੇ ਇਹ ਸੋਚ ਰਿਹਾ ਸੀਗਾ ਵੀ ਜਦੋਂ ਟਰੰਪ ਹੋਣੀ ਆਉਣਗੇ ਤਾਂ ਮੈਂ ਉਹਨੂੰ ਗੋਲੀ ਮਾਰ ਕੇ ਜਿਹੜਾ ਉਹ ਮਾਰ ਦਊਂਗਾ। ਉਹਨੇ ਜਿਹੜਾ ਲਿਖਿਆ ਵੀ ਟਰੰਪ ਨੇ ਈਰਾਨ ਦੇ ਨਾਲ ਜਿਹੜੇ ਰਿਲੇਸ਼ਨ ਆ ਉਹ ਖਤਮ ਕਰਕੇ ਬੱਚਿਆਂ ਵਾਂਗ ਤੇ ਹੁਣ ਮਿਡਲ ਈਸਟ ਦੇ ਵਿੱਚ ਜੋ ਹਾਲਾਤ ਬਣੇ ਆ ਉਹ ਇਸ ਦੇ ਕਰਕੇ ਜਿਹੜਾ ਉਹ ਹੋ ਰਿਹਾ ਹੈ। ਸੋ ਅੱਜ ਕਹਿੰਦੇ ਉਸ ਨੂੰ ਰਾਇਨ ਵੀਜ਼ਲੀ ਰਾਊਥ ਨੂੰ ਜਿਹੜਾ ਅਦਾਲਤ ਦੇ ਵਿੱਚ ਜਿਹੜਾ ਉਹ ਪੇਸ਼ ਕੀਤਾ ਜਾਊਗਾ। ਪ੍ਰੋਸੀਕਿਊਟਰਸ ਨੇ ਕਿਹਾ ਵੀ ਸੀਕ੍ਰੀਟ ਸਰਵਿਸ ਏਜੰਟ ਆ ਉਹਨਾਂ ਨੇ ਗੋਲੀ ਚਲਾਈ ਸੀਗੀ ਰਾਊਥ ਦੇ ਉੱਤੇ ਜਦ ਉਸ ਦੇ ਹੱਥ ਦੇ ਵਿੱਚ ਉਹਨਾਂ ਨੇ ਰਾਈਫਲ ਦੇਖੀ ਸੀ ਟਰੀ ਲਾਈਨ ਦੇ ਉੱਤੋਂ, ਤੇ ਕਹਿੰਦੇ 15 ਸਤੰਬਰ ਨੂੰ ਇਹ ਘਟਨਾ ਜਿਹੜੀ ਉਹ ਵਾਪਰੀ ਸੀ ਜਦ ਟਰੰਪ ਹੁਣੀ ਗੋਲਫ ਕਰ ਰਹੇ ਸੀਗੇ ਤੇ ਕਹਿੰਦੇ ਵੀ ਬਾਅਦ ਦੇ ਵਿੱਚ ਰਾਊਥ ਉੱਥੋਂ ਦੌੜਦਾ ਹੋਇਆ ਮੌਕੇ ਨੂੰ ਛੱਡ ਕੇ ਜਿਹੜਾ ਦੌੜਦਾ ਹੋਇਆ ਨਜ਼ਰ ਆਇਆ ਸੀ। ਜਿਹੜੀ ਕੰਪਲੇਂਟ ਜਿਹੜੀ ਰਾਊਥ ਦੇ ਅਗੇਂਸਟ ਕੀਤੀ ਗਈ ਸੀ ਕੰਪਲੇਂਟ ਦੇ ਵਿੱਚ ਕਹਿੰਦੇ ਵੀ ਜਿਹੜਾ ਸੈਲਫੋਨ ਦਾ ਡਾਟਾ ਸ਼ੋ ਕਰਦਾ ਆ ਵੀ ਉਹ ਘੱਟੋ ਘੱਟ 12 ਘੰਟੇ ਸ਼ਾਇਦ ਉੱਥੇ ਬੈਠਾ ਰਿਹਾ ਆ ਗੋਲਫ ਕੋਰਸ ਦੇ ਵਿੱਚ ਉੱਥੇ ਰੁੱਖ ਦੇ ਉੱਤੇ ਚੜ੍ਹ ਕੇ, ਜਿਸ ਤੋਂ ਬਾਅਦ ਦੇ ਵਿੱਚ ਇਸ ਨੂੰ ਕਹਿੰਦੇ ਗ੍ਰਿਫਤਾਰ ਜਿਹੜਾ ਆ ਉਹ ਲਾ ਐਨਫੋਰਸਮੈਂਟ ਨੇ ਇੱਕ ਲਾਗੇ ਜਿਹੜੀ ਕਾਰ ਨੂੰ ਜਦੋਂ ਡਰਾਈਵ ਕਰ ਰਿਹਾ ਸੀ ਉਸਨੂੰ ਹਾਈਵੇ ਦੇ ਲਾਗੇ ਉੱਥੇ ਜਿਹੜਾ ਉਸ ਨੂੰ ਸਪੌਟ ਕੀਤਾ ਸੀ ਤੇ ਗ੍ਰਿਫਤਾਰ ਕਰ ਲਿਆ ਗਿਆ ਸੀਗਾ। ਕਹਿੰਦੇ ਵੀ ਉਹਦੇ ਕੋਲ ਟਰੰਪ ਹੋਣਾ ਦੀਆਂ ਲੋਕੇਸ਼ਨਸ ਦੀ ਲਿਸਟ ਸੀਗੀ, ਨਾਲ ਉਹਨੇ ਵੀ ਲੱਭ ਰਿਹਾ ਸੀਗਾ ਵੀ ਇਹ ਕਾਂਡ ਕਰਨ ਤੋਂ ਬਾਅਦ ਮੈਕਸੀਕੋ ਨੂੰ ਕਿੱਦਾਂ ਜਿਹੜਾ ਆ ਉਹ ਭੱਜ ਸਕਦਾ ਹੈਗਾ ਆ। ਸੋ ਕਹਿੰਦੇ ਵੀ ਵੈਸਟ ਪਾਮ ਬੀਚ ਦੇ ਵਿੱਚ ਉਹ ਆਇਆ ਸੀਗਾ ਨਾਰਥ ਕੈਰੋਲੀਨਾ ਤੋਂ ਅਗਸਤ 14 ਤੋਂ। ਸੈਲਫੋਨ ਡਾਟਾ ਜਿਹੜਾ ਉਹ ਸ਼ੋ ਕਰ ਰਿਹਾ ਵੀ ਟਰੰਪ ਹੋਣਾ ਦੇ ਮਾਰ-ਆ-ਲਾਗੋ ਰੈਜ਼ੀਡੈਂਸ ਗੋਲਫ ਕੋਰਸ ਦੇ ਲਾਗੇ ਉਹ ਕਈ ਦਿਨ ਤੇ ਕਈ ਵਾਰ ਜਿਹੜਾ ਆ ਉਹ ਉੱਥੇ ਆਉਂਦਾ ਰਿਹਾ 18 ਅਗਸਤ ਤੋਂ ਲੈ ਕੇ 15 ਸਤੰਬਰ ਵਾਲੇ ਦਿਨ ਤੱਕ, ਜਿਸ ਦਿਨ ਉਸਨੂੰ ਜਿਹੜਾ ਉਹ ਗ੍ਰਿਫਤਾਰ ਕੀਤਾ ਜਿਹੜਾ ਉਹ ਗਿਆ ਸੀਗਾ। ਇੱਕ ਹਵਾਈ ਦਾ ਡਰਾਈਵਰ ਲਾਇਸੈਂਸ ਅਤੇ ਉਹਦੇ ਗਲਵ ਤੇ ਪਾਸਪੋਰਟ ਉਸਦੇ ਨਾਮ ਦਾ ਜਿਹੜਾ ਆ ਬਾਅਦ ਦੇ ਵਿੱਚ ਮੌਕੇ ਤੋਂ ਉਹਨਾਂ ਨੂੰ ਲੱਭਾ ਸੀਗਾ। ਜੀ, ਅਗਲੀ ਖਬਰ ਵੱਲ ਚੱਲੀਏ ਤੇ ਯੂਐਸ ਨੇ CNN ਬਿਜ਼ਨਸ ਰਿਪੋਰਟ ਕਰ ਰਿਹਾ ਯੂਐਸ ਨੇ ਪ੍ਰਪੋਜ਼ ਕੀਤਾ ਆ ਕਿ ਜਿਹੜੀਆਂ ਸਮਾਰਟ ਕਾਰਸ ਹੈਗੀਆਂ, ਸਮਾਰਟ ਕਾਰਸ ਆ ਜਿਨ੍ਹਾਂ ਦੇ ਵਿੱਚ ਚਾਈਨੀਜ਼ ਤੇ ਰਸ਼ੀਅਨ ਟੈਕਨੋਲੋਜੀ ਦੇ ਪਾਰਟਸ ਆ ਉਹਨਾਂ ਨੂੰ USA ਦੇ ਵਿੱਚ ਬੈਨ ਕੀਤਾ ਜਾਵੇ। ਵੀ ਰਸ਼ੀਅਨ ਟੈਕਨੋਲੋਜੀ ਆ ਇਹ ਸਾਡੇ ਲਈ ਨੈਸ਼ਨਲ ਸਿਕਿਉਰਿਟੀ ਦਾ ਕੰਸਰਨ ਹੈਗਾ, ਸੇਮ ਹੀ ਜਿਹੜਾ ਆ ਚਾਈਨੀਜ਼ ਗਵਰਨਮੈਂਟ ਦਾ ਹੈਗਾ।
US ਗਵਰਨਮੈਂਟ ਨੇ ਫਰਵਰੀ ਮਹੀਨੇ ਦੇ ਵਿੱਚ ਇਹ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਸੀ। ਉਹਦੇ ਵਿੱਚ ਉਹਨਾਂ ਨੇ ਦੇਖਿਆ ਵੀ ਨੈਸ਼ਨਲ ਸਿਕਿਉਰਿਟੀ ਦਾ ਜਿਹੜਾ ਰਿਸਕ ਆ ਉਸ ਵਿੱਚ ਜਿਹੜੀਆਂ ਸੌਫਟਵੇਅਰ ਤੇ ਹਾਰਡਵੇਅਰ ਲਾਇਆ ਗਿਆ ਚਾਈਨਾ ਤੇ ਰਸ਼ੀਆ ਵੱਲੋਂ, ਉਹ ਇੱਕ ਬਹੁਤ ਵੱਡਾ ਰਿਸਕ ਹੈਗਾ। ਪਰਸਨਲ ਡਾਟਾ, ਡਰਾਈਵਰ ਦਾ ਸਾਰਾ ਕੁਝ ਕਹਿੰਦੇ ਹੈਕਿੰਗ ਉਹਦੀ ਹੋ ਸਕਦੀ ਹੈਗੀ ਆ। ਐਕਸਟ੍ਰੀਮ ਸਿਚੁਏਸ਼ਨ ਦੇ ਵਿੱਚ ਕਹਿੰਦੇ ਭਈ ਉਹ ਜਿਹੜੀ ਫੋਰਨ ਐਡਵਰਸਰੀ ਆ, ਜਿਹੜੀਆਂ ਉਹ ਸਰਕਾਰਾਂ ਆ, ਉਹ ਤੁਹਾਡੀ ਕਾਰ ਨੂੰ ਸ਼ਟ ਡਾਊਨ ਵੀ ਕਰ ਸਕਦੀਆਂ ਹੈਗੀਆਂ ਤੇ ਕਾਰਾਂ ਦਾ ਕੰਟਰੋਲ ਆਪਣੇ ਕੋਲ ਵੀ ਲਿਜਾ ਸਕਦੀਆਂ ਹੈਗੀਆਂ, ਜਿਹਦੇ ਕਰਕੇ ਜ਼ਿਆਦਾ ਕ੍ਰੈਸ਼ ਹੋ ਸਕਦੇ ਆ ਤੇ ਰੋਡਸ ਬਲੌਕ ਹੋ ਸਕਦੀਆਂ, ਵੀ ਪੂਰੀ ਤਰ੍ਹਾਂ ਕੇਓਸ ਹੋ ਸਕਦਾ ਹੈਗਾ ਅਮਰੀਕਾ ਦੇ ਵਿੱਚ। ਸੋ ਇਸ ਨੂੰ ਦੇਖਦੇ ਹੋਏ ਉਹਨਾਂ ਨੇ ਪ੍ਰਪੋਜ਼ ਕੀਤਾ ਆ ਵੀ ਜਿਹੜੀਆਂ ਕਾਰਾਂ ਦੇ ਵਿੱਚ ਚਾਈਨਾ ਦੇ ਜਾਂ ਰਸ਼ੀਆ ਦੇ ਪਾਰਟਸ ਹੋਣਗੇ ਉਹਨਾਂ ਨੂੰ ਜਿਹੜਾ ਆ ਬੈਨ ਕੀਤਾ ਜਾਵੇ। ਦੂਸਰੇ ਪਾਸੇ ਚਾਈਨਾ ਵਾਲੇ ਵੀ ਕਹਿ ਰਹੇ ਆ ਵੀ ਜਿਹੜੀ ਟੈਸਲਾ ਕਾਰ ਆ ਉਹ ਅਸੀਂ ਸਾਡੀਆਂ ਜਿਹੜੀਆਂ ਗਵਰਨਮੈਂਟ ਦੀਆਂ ਫੈਸਿਲਿਟੀਜ਼ ਆ ਜਾਂ ਜਿੱਥੇ ਟੈਕਨੋਲੋਜੀ ਵਾਲੀ ਆ ਉਹਨਾਂ ਏਰੀਏ ਦੇ ਵਿੱਚ ਅਸੀਂ ਐਂਟਰ ਨਹੀਂ ਹੋਣ ਦੇਵਾਂਗੇ, ਵੀ ਟੈਸਲਾ ਵਾਲੇ ਵੀ ਜਿਹੜਾ ਸਾਡਾ ਬਹੁਤ ਕੁਛ ਜਿਹੜਾ ਡਾਟਾ ਆ ਉਹ ਚੋਰੀ ਕਰ ਸਕਦੇ ਹੈਗੇ ਆ। ਸੋ ਦੂਸਰੇ ਪਾਸੇ ਅਮਰੀਕਾ ਵੱਲੋਂ ਇਸ ਟਾਈਮ ਦੇ ਉੱਤੇ ਜਦੋਂ ਅਨਾਊਂਸਮੈਂਟ ਆਈ ਆ, ਉਹਦਾ ਮਤਲਬ ਕਹਿੰਦੇ ਇਹ ਵੀ ਆ ਵੀ ਵਾਈਟ ਹਾਊਸ ਵੱਲੋਂ ਜਿਹੜੀ ਡੈਮੋਕ੍ਰੇਟ ਸਰਕਾਰ ਆ ਉਹ ਅਮਰੀਕਨ ਆਟੋ ਵਰਕਰਸ ਨੂੰ ਸਪੋਰਟ ਕਰਨਾ ਚਾਹੁੰਦੇ ਹੈਗੇ ਆ। ਖਾਸ ਕਰਕੇ ਹੁਣ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਹੁਣੀ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਆ ਤੇ ਬਹੁਤ ਸਾਰੇ ਕਾਰਾਂ ਦੇ ਪਾਰਟਸ ਦੀਆਂ ਜਿਹੜੀਆਂ ਕੰਪਨੀਆਂ ਆ ਉਹ ਮਿਸ਼ੀਗਨ ਦੇ ਵਿੱਚ ਆ। ਸੋ ਮਿਸ਼ੀਗਨ ਸਟੇਟ ਨੂੰ ਜਿੱਤਣਾ ਬੜਾ ਜ਼ਰੂਰੀ ਆ ਕਿਉਂਕਿ ਉਹ ਬੈਟਲ ਗਰਾਊਂਡ ਸਟੇਟ ਹੈਗੀ ਆ। ਸੋ ਇਸੇ ਤਰ੍ਹਾਂ ਵਾਈਟ ਹਾਊਸ ਨੇ ਅੱਜ ਇੱਕ ਇਨੀਸ਼ੀਏਟਿਵ ਜਾਰੀ ਕੀਤਾ ਜਿਹਦੇ ਮੁਤਾਬਕ $1 ਬਿਲੀਅਨ ਸਮਾਲ ਤੋਂ ਲੈ ਕੇ ਮੀਡੀਅਮ ਸਾਈਜ਼ ਦੇ ਜਿਹੜੇ ਆਟੋ ਸਪਲਾਇਰਸ ਆ ਉਹਨਾਂ ਨੂੰ ਇੱਕ ਪਾਇਲਟ ਪ੍ਰੋਗਰਾਮ ਦੇ ਤਹਿਤ ਤਾਂ ਕਿ ਉਹ ਵਰਕਰਸ ਨੂੰ ਟ੍ਰੇਨ ਕਰ ਸਕਣ ਉਹ ਦਿੱਤਾ ਜਾਊਗਾ। ਸੋ ਉਹਦੇ ਨਾਲ ਜਿਹੜੀ ਆ ਲੋਕਾਂ ਨੂੰ ਜੌਬਸ ਆ ਉਹ ਵੀ ਮਿਲਣਗੀਆਂ। ਜੀ ਬਿਲਕੁਲ। ਪ੍ਰੋਗਰਾਮ ਦਾ ਸਮਾਂ ਜਿਹੜਾ ਉਹ ਸਮਾਪਤ ਜਿਹੜਾ ਉਹ ਹੈਗਾ ਤੇ ਹਰਜੋਤ ਸਿੰਘ ਜੀ ਤੇ ਆਪਾਂ ਇਜਾਜ਼ਤ ਲੈਂਦੇ ਹਾਂ। ਇਸ ਤੋਂ ਅਗਲਾ ਪ੍ਰੋਗਰਾਮ ਦੱਸਦੇ ਜਾਈਏ ਮਸੂਦ ਮਲੀ ਹੁਣਾਂ ਦਾ ਜਿਹੜਾ ਉਹ ਹੋਵੇਗਾ ਮੈਂ ਆਵਾਂਗਾ ਨਾਲ ਹਨੇਰੀਆਂ ਦੇ ਤੇ ਨਜ਼ਰੀਆ ਜਿਹੜਾ ਉਹ 11:30 ਵਜੇ ਤੇ 1 ਵਜੇ ਕੁਝ ਗੱਲਾਂ ਕੁਝ ਗੀਤ ਤੇ 2 ਵਜੇ ਬਿਯੋਂਡ ਦਾ ਹੈਡਲਾਈਨਸ ਮਨਦੀਪ ਕੂਨੀਆ ਦੇ ਨਾਲ 2:30 ਤੋਂ 3 ਵਜੇ ਦੇ ਵਿੱਚ ਜਿਹੜਾ ਪ੍ਰੋਗਰਾਮ ਆ ਉਹ ਪੇਸ਼ ਕੀਤਾ ਜਾਵੇਗਾ। ਰਿਸ਼ਤੇ 3 ਤੋਂ 4 ਸਾਂਝੀ ਸਾਥ ਦਾ ਪ੍ਰੋਗਰਾਮ 4 ਤੋਂ ਲੈ ਕੇ 5:30 ਵਜੇ ਤੱਕ ਦੇਸੋ ਪ੍ਰਦੇਸ਼ ਪ੍ਰੋਗਰਾਮ 5:40 ਦੇ ਉੱਤੇ ਪ੍ਰੋਗਰਾਮ ਪੇਸ਼ ਕੀਤਾ ਜਾਊਗਾ ਅਪਡੇਟ ਕੈਲੀਫੋਰਨੀਆ 6 ਤੋਂ 8 ਗੁਰਬਾਣੀ ਦੇ ਸ਼ਾਮ ਦੇ ਦੀਵਾਨ ਸਰਵਣ ਕਰਾਂਗੇ ਤੇ 8 ਵਜੇ ਤੋਂ ਬਾਅਦ ਦੇ ਵਿੱਚ ਪ੍ਰੋਗਰਾਮ ਦੀਪਕ ਸ਼ਰਮਾ ਚਨਾਥਲ ਜੀ ਦੇ ਨਾਲ ਖਬਰ ਤੇ ਨਜ਼ਰ ਜਿਹੜਾ ਹੋਊਗਾ ਤੇ ਫਿਰ ਉਸ ਤੋਂ ਉਪਰੰਤ ਖਬਰ ਤੇ ਨਜ਼ਰ ਤੋਂ ਬਾਅਦ ਚ ਕਦੀ ਤੇ ਹੱਸ ਬੋਲਵੇ ਪ੍ਰੋਗਰਾਮ ਮਸੂਦ ਮਲੀ ਹੁਣਾਂ ਦੇ ਨਾਲ ਜਿਹੜਾ ਉਹ 10 ਵਜੇ ਤੱਕ ਚੱਲੇਗਾ। ਸੋ ਇਦਾਂ ਪੰਜਾਬੀ ਰੇਡੀਓ ਯੂਐਸਏ ਤੇ ਪ੍ਰੋਗਰਾਮ ਚੱਲਦੇ ਰਹਿਣਗੇ 24 ਘੰਟੇ 7 ਦਿਨ। ਹੁਣ ਲੈਣੇ ਇਜਾਜ਼ਤ। ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।